ਹੈਲੋ ਐਵਰੀਬਡੀ, ਥੈਂਕ ਯੂ ਸੋ ਮਚ। ਤੁਹਾਡੇ ਸਾਰਿਆਂ ਦੇ ਕੱਲ੍ਹ ਬਹੁਤ ਜ਼ਿਆਦਾ ਕੁਐਸਚਨਸ ਵੀ ਆਏ ਐਂਡ ਕਾਫੀ ਫੀਡਬੈਕ ਵੀ ਆਈ, ਸੋ ਥੈਂਕ ਯੂ ਸੋ ਮਚ ਐਂਡ ਕੰਟੀਨਿਊ ਕੁਐਸਚਨਸ ਐਂਡ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਅਸੀਂ ਕੁਐਸਚਨਸ ਆਨਸਰ ਕਰ ਸਕੀਏ। ਸੋ ਹਾਂਜੀ, ਅੱਜ ਜਿਹੜਾ ਸਾਡਾ ਕੁਐਸਚਨ ਹੈ ਐਂਡ ਇਹ ਐਕਚੁਅਲੀ ਬੜਾ ਬਹੁਤ ਵਧੀਆ ਕੁਐਸਚਨ ਹੈ ਜਿਹਨੇ ਵੀ ਸਾਨੂੰ ਪੁੱਛਿਆ ਕਿ ਸਾਡੇ ਬਚਪਨ ਦਾ ਇੰਪੈਕਟ ਵੀ ਸਾਡੀ ਲਾਈਫ 'ਤੇ ਪੈਂਦਾ। ਫੋਰ ਐਗਜ਼ਾਮਪਲ ਜਿਸ ਤਰੀਕੇ ਨਾਲ ਸਾਡੇ ਮਾਂ ਬਾਪ ਨੇ ਸਾਨੂੰ ਪਾਲਿਆ ਐਂਡ ਜਿਵੇਂ ਇੰਡੀਆ ਦੇ ਵਿੱਚ ਅਸੀਂ ਪਲੇ ਹਾਂ, ਉਹ ਚੀਜ਼ ਦਾ ਵੀ ਅੱਜ ਅਸਰ ਹੁੰਦਾ ਵਾ ਸਾਡੀ ਪੈਰੈਂਟਿੰਗ ਦੇ, ਜਿਵੇਂ ਅਸੀਂ ਆਪਣੇ ਬੱਚਿਆਂ ਨਾਲ ਗੱਲ ਕਰਦੇ ਹਾਂ ਕਿ ਉਹਦਾ ਐਂਡ ਬਹੁਤ ਵਧੀਆ ਕੁਐਸਚਨ ਹੈ। ਅਕਸਰ ਜਦੋਂ ਮੈਂ ਇੱਕ ਪੇਰੈਂਟ ਚਾਈਲਡ ਦੀ ਕਾਉਂਸਲਿੰਗ ਕਰਦੀ ਹਾਂ, ਇੱਕ ਪੇਰੈਂਟਸ ਦੀ ਕਾਉਂਸਲਿੰਗ ਕਰਦੀ ਹਾਂ, ਐਂਡ ਬੜਾ ਜ਼ਰੂਰੀ ਹੁੰਦਾ ਕਿ ਸਾਡੇ ਲਈ ਇੱਕ ਕਾਉਂਸਲਰ, ਤੁਸੀਂ ਚਾਹੇ ਕਿਤੇ ਵੀ ਕਾਉਂਸਲਿੰਗ ਲਵੋ, ਇੱਕ ਕਾਉਂਸਲਰ ਲਈ ਬੜਾ ਜ਼ਰੂਰੀ ਹੁੰਦਾ ਨਾਪਣਾ ਕਿ ਇਹ ਜਿਹੜਾ ਮਾਂ ਬਾਪ ਆ ਉਹ ਕਿਹੋ ਜਿਹੇ ਹਾਲਾਤਾਂ 'ਚ ਪਲਿਆ, ਉਹਦੀ ਦਿਸ਼ਾ ਕਿੱਦਾਂ ਦੀ ਸੀਗੀ। ਸੋ ਜੀ ਹਾਂ, ਇਹ ਬੜਾ, ਚਾਹੇ ਅਸੀਂ ਅੱਜ ਮਾਪੇ ਬਣ ਚੁੱਕੇ ਹਾਂ, ਸੋ ਅੱਜ ਜਿਹੜਾ ਅਸੀਂ ਸੈਸ਼ਨ ਕਰ ਰਹੇ ਹਾਂ ਇਹ ਐਕਚੁਅਲੀ ਤੁਹਾਡੇ ਆਪ ਦੇ ਬਚਪਨ ਬਾਰੇ ਆ, ਨਾਟ ਤੁਹਾਡੇ ਬੱਚੇ ਦੇ ਬਚਪਨ ਬਾਰੇ, ਪਰ ਤੁਹਾਡੇ ਆਪ ਦੇ ਬਚਪਨ ਬਾਰੇ। ਐਂਡ ਇਸ ਵੀਡੀਓ ਦੇ ਐਂਡ 'ਤੇ ਤੁਹਾਨੂੰ ਇਹ ਪਤਾ ਲੱਗੂਗਾ ਕਿ ਤੁਹਾਡਾ ਆਪ ਦਾ ਬਚਪਨ ਦਾ ਇੰਪੈਕਟ ਆ, ਜੋ ਚੀਜ਼ਾਂ ਤੁਸੀਂ ਆਪਦੇ ਬਚਪਨ ਦੇ ਵਿੱਚ ਮਹਿਸੂਸ ਕੀਤੀਆਂ, ਉਹ ਤੁਹਾਡੀ ਪੈਰੈਂਟਿੰਗ ਸਟਾਈਲ, ਜਿਸ ਤਰੀਕੇ ਨਾਲ ਤੁਸੀਂ ਆਪਣੇ ਨਾਲ ਬੱਚੇ ਨਾਲ ਵਰਤਦੇ ਹੋ, ਜਿਸ ਤਰੀਕੇ ਨਾਲ ਤੁਸੀਂ ਆਪਣੇ ਬੱਚੇ ਨਾਲ ਉਹਨੂੰ ਟੋਕਦੇ ਹੋ ਕਿਸੇ ਗੱਲ ਤੋਂ, ਜਿਸ ਤਰੀਕੇ ਨਾਲ ਆਪਦੇ ਬੱਚੇ ਤੋਂ ਉਮੀਦਾਂ ਰੱਖਦੇ ਹੋ, ਇਹ ਕਿਤੇ ਨਾ ਕਿਤੇ ਤੁਹਾਡੇ ਬਚਪਨ ਨਾਲ ਤਾਂ ਨਹੀਂ ਨਾ ਕਨੈਕਟਡ ਹੈਗੀਆਂ। ਸੋ ਜੀ ਹਾਂ, ਅੱਜ ਅਸੀਂ ਤੁਹਾਡੇ ਬਚਪਨ ਦੀ ਗੱਲ ਕਰਾਂਗੇ। ਇਹ ਬੜਾ ਜ਼ਰੂਰੀ ਹੈ। ਆਮ ਜਦੋਂ ਪੇਰੈਂਟ ਮੇਰੇ ਕੋਲ ਆਉਂਦੇ ਅਤੇ ਉਹ ਕਹਿੰਦੇ ਨਹੀਂ, ਅਸੀਂ ਬੱਚੇ ਦੀ ਹੈਲਪ ਲੈਣ ਆਏ ਹਾਂ, ਸਾਡੇ ਆਪਣੇ ਬਚਪਨ ਦੀ ਤੁਸੀਂ ਗੱਲ ਨਾ ਕਰੋ, ਸਾਡੇ ਨਾਲ ਸਾਡੇ ਬੱਚੇ ਦੀ ਮਦਦ ਕਰੋ, ਪਰ ਸਾਡੇ ਪਿੱਛੇ ਨਾ ਜਾਵੋ ਕਿ ਅਸੀਂ ਕਿਵੇਂ ਪਲੇ ਸੀ, ਕਿਉਂਕਿ ਉਹ ਜ਼ਰੂਰੀ ਨਹੀਂ ਹੈਗਾ। ਐਂਡ ਇਹ ਬੜਾ ਜ਼ਰੂਰੀ ਐਂਡ ਅਕਸਰ ਮੈਨੂੰ ਇੱਕ ਪੇਰੈਂਟ 'ਤੇ ਕਾਉਂਸਲਿੰਗ ਸੈਸ਼ਨ ਅੱਡ ਕਰਨਾ ਪੈਂਦਾ ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਇਹ ਬੜਾ ਜ਼ਰੂਰੀ ਹੈ। ਇਹਨੂੰ ਤੁਸੀਂ ਫੋਰ ਐਗਜ਼ਾਮਪਲ ਇਸੇ ਹੀ ਤਰੀਕੇ ਨਾਲ ਲਵੋ ਕਿ ਤੁਸੀਂ ਘਰ ਦੀ ਇੱਕ ਫਾਊਂਡੇਸ਼ਨ ਬਣਾ ਲਈ ਹੈ, ਤੁਸੀਂ ਬਹੁਤ ਵੱਡਾ ਘਰ ਬਣਾ ਲਿਆ ਵਾ, ਐਂਡ 20 ਸਾਲਾਂ ਬਾਅਦ ਤੁਸੀਂ ਉਸੇ ਘਰ ਦੇ ਵਿੱਚ ਰਹਿ ਰਹੇ ਹੋ। ਆਫਕੋਰਸ ਤੁਹਾਡੇ ਲਾਈਫ ਡਿਸੀਜਨ ਇੰਪੈਕਟ ਹੋਣਗੇ। ਉਸ ਫਾਊਂਡੇਸ਼ਨ ਜਿਹੜੀ ਤੁਸੀਂ 20 ਸਾਲ ਪਹਿਲਾਂ ਕ੍ਰੀਏਟ ਕੀਤੀ ਸੀ, ਜਿਹੜੀ 20 ਸਾਲ ਪਹਿਲਾਂ ਤੁਸੀਂ ਘਰ ਦਾ ਨਕਸ਼ਾ ਬਣਾਇਆ ਸੀ, ਉਹ ਤੁਹਾਡੇ ਘਰ ਦਾ ਨਕਸ਼ਾ 20 ਸਾਲਾਂ ਬਾਅਦ ਵੀ ਹੈਗਾ ਵਾ, ਅਨਲੈਸ ਤੁਸੀਂ ਘਰ ਨੂੰ ਢਾਉਂਦੇ ਹੋ, ਅਨਲੈਸ ਤੁਸੀਂ ਡੀਕਨਸਟਰਕਟ ਕਰਦੇ ਹੋ, ਘਰ ਨੂੰ ਰੈਨੋਵੇਸ਼ਨ ਕਰਦੇ ਹੋ। ਸੋ ਉਹ ਤੁਹਾਡੇ ਘਰ ਦਾ ਜਿਹੜਾ ਨਕਸ਼ਾ ਵਾ, ਜੇ ਤੁਸੀਂ ਘਰ ਨੂੰ ਨਹੀਂ ਬਦਲੋਗੇ ਤਾਂ ਉਹ 30 ਸਾਲ ਬਾਅਦ ਵੀ ਉੱਦਾਂ ਹੀ ਰਹੂਗਾ, 40 ਸਾਲ ਬਾਅਦ ਵੀ ਉੱਦਾਂ ਰਹੂਗਾ, ਉਹਦੇ ਕਮਰੇ ਵੀ ਉਵੇਂ ਇੰਸਟਰਕਟ ਹੋਣਗੇ। ਸੋ ਇਸ ਕਰਕੇ ਸਾਨੂੰ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਦੀ ਫਾਊਂਡੇਸ਼ਨ, ਜਿੱਥੇ ਸਾਡਾ ਨਕਸ਼ਾ ਬਣਿਆ, ਜਿੱਥੇ ਸਾਡੇ ਮਨ ਦਾ ਨਕਸ਼ਾ ਬਣਿਆ, ਜਿਹੜੇ ਸਾਲਾਂ ਦੇ ਵਿੱਚ ਸਾਡੇ ਮਨ ਦਾ ਨਕਸ਼ਾ ਬਣਿਆ, ਉਹਦੇ ਵਿੱਚ ਅਸੀਂ ਜ਼ਰੂਰ ਝਾਤੀ ਮਾਰੀਏ ਅਤੇ ਅਸੀਂ ਪੁੱਛੀਏ ਕਿ ਸਾਡੇ ਉਹ ਮਨ ਦਾ ਨਕਸ਼ਾ ਕਿਵੇਂ ਬਣਿਆ। ਸੋ ਸਾਡੇ ਸਾਰਿਆਂ ਦੇ ਮਨ ਦਾ ਨਕਸ਼ਾ ਕਦੋਂ ਬਣਦਾ? ਸਭ ਤੋਂ ਪਹਿਲਾਂ ਜੀ ਹਾਂ, ਸਾਡੇ ਬਚਪਨ ਦੇ ਵਿੱਚ ਹੀ ਸਾਡੇ ਮਨ ਦਾ ਨਕਸ਼ਾ ਬਣਦਾ, ਚਾਹੇ ਉਹ ਤੁਸੀਂ ਹੋ, ਚਾਹੇ ਉਹ ਮੈਂ ਆਵਾਂ। ਸਾਡੇ ਪਹਿਲੇ ਬਚਪਨ ਦੇ ਪਹਿਲੇ ਸਾਲਾਂ ਦੇ ਵਿੱਚ ਸਾਡੇ ਨਕਸ਼ੇ ਬਣਨ ਲੱਗ ਜਾਂਦੇ। ਆਮ ਤੁਸੀਂ ਬੱਚੇ ਵੱਲ ਵੇਖਿਓ ਕਿ ਉਹ ਸਾਰੀਆਂ ਚੀਜ਼ਾਂ ਇੱਕ ਮਾਂ ਬਾਪ, ਆਪਾਂ ਕਈ ਵਾਰ ਕਹਿੰਦੇ ਕਿ ਛੋਟਾ ਬੱਚਿਆਂ ਨੂੰ ਕੁਛ ਨਹੀਂ ਪਤਾ, ਬੜੇ ਬੱਚੇ ਸਮਾਰਟ ਹੋ, ਬੜਾ ਨਕਸ਼ਾ ਪਿਕ ਕਰਦੇ ਆ, ਕਿਉਂਕਿ ਪਹਿਲੇ 4-5 ਸਾਲ ਲਾਈਫ ਦੇ ਪਹਿਲੇ 3 ਸਾਲ ਤੋਂ ਬਹੁਤ ਕ੍ਰਿਟੀਕਲ ਮੰਨਦੇ ਕਿ ਪਹਿਲੇ 3 ਸਾਲ ਬਹੁਤ ਨਕਸ਼ਾ ਜ਼ਿਆਦਾ ਬੱਚੇ ਦਾ ਬਣਦਾ, ਦਿਮਾਗ ਬੱਚੇ ਦਾ ਬਹੁਤ ਜ਼ਿਆਦਾ ਪਹਿਲੇ 3 ਸਾਲ ਡਿਵੈਲਪ ਹੁੰਦਾ ਵਾ, ਐਂਡ ਉਸ ਤੋਂ ਬਾਅਦ 8-9-10 ਸਾਲ ਤੱਕ ਡਿਵੈਲਪ ਹੁੰਦਾ ਰਹਿੰਦਾ ਵਾ। ਸੋ ਇਹ ਬੜਾ ਜ਼ਰੂਰੀ ਹੈ ਕਿ ਜਿਹੜਾ ਨਕਸ਼ਾ ਸਾਡਾ ਬਣਿਆ ਬਚਪਨ ਦੇ ਵਿੱਚ, ਅਸੀਂ ਉਸ ਨਕਸ਼ੇ ਤੋਂ ਜਾਣੂ ਹੋਈਏ, ਅਸੀਂ ਜਾਣੂ ਹੋਈਏ ਵੀ ਸਾਡੇ ਮਨ ਦਾ ਨਕਸ਼ਾ ਕੀ ਆ। ਜੀ ਹਾਂ, ਐਂਡ ਜਦੋਂ ਅਸੀਂ ਆਪਦੇ ਨਕਸ਼ੇ ਤੋਂ ਜਾਣੂ ਹੋਵਾਂਗੇ, ਸਾਡੇ ਲਈ ਸੌਖਾ ਹੋ ਜੂ ਅਸੀਂ ਆਪਣੇ ਬੱਚਿਆਂ ਦੇ ਮਨ ਦੇ ਨਕਸ਼ੇ ਤੋਂ ਜਾਣੂ ਹੋਈਏ। ਸੋ ਫੋਰ ਐਗਜ਼ਾਮਪਲ ਇੱਕ ਆਪਦੇ ਬਚਪਨ ਦੇ ਵਿੱਚ ਜੇ ਤੁਸੀਂ ਲਿਖ ਸਕਦੇ ਹੋ ਬੈਠ ਕੇ, ਮੈਂ ਤੁਹਾਨੂੰ ਹਾਈਲੀ ਰੈਕਮੈਂਡ ਕਰੂੰਗੀ। ਪ੍ਰੋਬੇਬਲੀ ਤੁਹਾਨੂੰ ਕਾਉਂਸਲਿੰਗ ਸੈਸ਼ਨ ਸੇਵ ਕਰ ਦੂਗਾ, ਤੁਹਾਨੂੰ ਕਾਉਂਸਲਰ ਕੋਲ ਨਹੀਂ ਜਾਣਾ ਪਊਗਾ ਜੇ ਤੁਸੀਂ ਆਪ ਦਾ ਕੰਮ ਥੋੜ੍ਹਾ ਇਹਨਾਂ ਵੀਡੀਓਜ਼ ਦੇ ਰਾਹੀਂ ਵੇਖ ਕੇ ਆਪ ਦੇ ਅੰਦਰ ਦਾ ਕਰਨ ਲੱਗ ਜਾਵੋ। ਸੋ ਫੋਰ ਐਗਜ਼ਾਮਪਲ ਜਦੋਂ ਤੁਸੀਂ ਬਚਪਨ ਦੇ ਵਿੱਚ ਐਂਡ ਇੱਕ ਲੈਟਰ ਲਿਖ ਸਕਦੇ ਹੋ, ਇੱਕ ਪੇਜ 'ਤੇ ਲਿਖ ਸਕਦੇ ਹੋ, ਲੋਕਾਂ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਪਾਲਿਆ। ਆਪ ਦੇ ਵਿੱਚ ਇਹ ਮਹਿਸੂਸ ਕਰੋ ਕਿ ਮੇਰੇ ਘਰ ਦੇ ਵਿੱਚ ਕਿੱਦਾਂ ਦਾ ਭਾਵੁਕ ਐਕਸਪੀਰੀਅੰਸ ਸੀ। ਫੋਰ ਐਗਜ਼ਾਮਪਲ ਕਿ ਮੈਂ ਹਰ ਵੇਲੇ ਡਰਦਾ ਰਹਿੰਦਾ ਸੀ, ਕਿ ਹਰ ਵੇਲੇ ਜਦੋਂ ਮੇਰੇ ਮਾਂ ਬਾਪ ਦੀ ਲੜਾਈ ਹੁੰਦੀ ਸੀ ਅਤੇ ਮੈਨੂੰ ਵਿੱਚ ਆਉਣਾ ਪੈਂਦਾ ਸੀ ਅਤੇ ਮੈਨੂੰ ਠੀਕ ਚੀਜ਼ਾਂ ਕਰਨੀਆਂ ਪੈਂਦੀਆਂ ਸੀ। ਬਿਕੋਜ਼ ਬਹੁਤ ਪੇਰੈਂਟਸ ਇੱਦਾਂ ਦੇ ਆ ਜਿੱਦਾਂ, ਐਂਡ ਬਹੁਤ ਬੱਚੇ ਵੀ ਇੱਦਾਂ ਦੇ ਕਿ ਜਦੋਂ ਸਾਡੇ ਮਾਂ ਬਾਪ ਦੀ ਲੜਾਈ ਹੁੰਦੀ ਸੀ, ਸਾਨੂੰ ਐਜ਼ ਅ ਵੱਡਿਆਂ ਦਾ ਰੋਲ ਕਰਨਾ ਪੈਂਦਾ ਸੀ। ਅਸੀਂ ਜਿਹੜੇ ਸਡਨਲੀ 6-7 ਸਾਲਾਂ ਦੇ ਨਹੀਂ ਸੀ ਅਸੀਂ ਰਹਿੰਦੇ, ਫਿਰ ਉਹ ਅਸੀਂ 20-25 ਸਾਲ ਦੇ ਆਦਮੀ ਵਾਲਾ ਰੋਲ ਉਹਨਾਂ ਲੜਾਈਆਂ ਦੇ ਵਿੱਚ। ਸੋ ਆਪਦੇ ਬਚਪਨ ਦੇ ਵਿੱਚ ਪਿੱਛੋਂ ਕਿ ਮੇਰੇ ਬਚਪਨ ਦੇ ਵਿੱਚ
ਮੇਰੀ ਮਾਨਸਿਕ ਸਥਿਤੀ ਕਿਹੋ ਜਿਹੀ ਰਹੀ, ਜਿਹੜੇ ਲੋਕਾਂ ਨਾਲ ਮੈਂ ਰਿਹਾ ਉਹਨਾਂ ਦੀ ਮਾਨਸਿਕ ਸਥਿਤੀ ਕੀ ਸੀ। ਫੋਰ ਐਗਜ਼ਾਮਪਲ ਤੁਹਾਡੇ ਪੇਰੈਂਟਸ ਆਪਦੇ ਦੇਖੋ ਕਿ ਮੇਰੀ ਮਦਰ ਹਮੇਸ਼ਾ ਜਦੋਂ ਮੈਂ ਘਰੋਂ ਬਾਹਰ ਜਾਂਦਾ ਸੀ ਰੋਂਦੀ ਸੀਗੀ, ਇੰਗਜ਼ਾਇਟੀ ਉਹਨੂੰ ਹੋਣ ਲੱਗ ਜਾਂਦੀ ਸੀ। ਮੇਰੇ ਘਰ ਦਾ ਮਾਹੌਲ ਹਮੇਸ਼ਾ ਮੈਂ ਡਰਿਆ ਰਹਿੰਦਾ ਸੀ ਕਿ ਮੈਨੂੰ ਆਪਦੀ ਗੱਲ ਕਰ ਰੱਖਣੀ ਉੱਥੇ ਸੌਖੀ ਲੱਗਦੀ ਸੀ ਜਾਂ ਮੈਂ ਡਰ ਕੇ ਆਪਦੇ ਅੰਦਰ ਗੱਲ ਦਬਾ ਲੈਂਦਾ ਸੀ। ਕਿ ਜਦੋਂ ਮੈਂ ਰੋਂਦਾ ਸੀ ਲੋਕ ਮੈਨੂੰ ਜੱਫੀ ਆ ਕੇ ਪਾਉਂਦੇ ਸੀ, ਲੋਕ ਮੈਨੂੰ ਦਿਲਾਸਾ ਦਿੰਦੇ ਸੀ ਕਿ ਜਦੋਂ ਮੈਂ ਰੋਂਦਾ ਸੀ ਬਾਹਲਾ ਕਿਸੇ ਨੂੰ ਫਰਕ ਨਹੀਂ ਸੀ ਪੈਂਦਾ। ਹੌਲੀ ਹੌਲੀ ਮੈਂ ਆਪਦੇ ਆਪ ਹੀ ਲੋਕਾਂ ਤੋਂ ਰੋਣਾ ਹਟ ਗਿਆ। ਹੌਲੀ ਹੌਲੀ ਮੈਂ ਆਪਦੇ ਆਪ ਹੀ ਆਪਦੇ ਰੋਣ ਨੂੰ ਛੁਪਾਉਣ ਲੱਗ ਗਿਆ। ਇਹ ਪ੍ਰਸ਼ਨ ਪੁੱਛੋ ਕਿ ਮੇਰੇ ਨਾਲ ਮੇਰੀ ਬਚਪਨ ਕਹਾਣੀ ਦੇ ਵਿੱਚ ਲੋਕਾਂ ਨੇ ਮੈਨੂੰ ਕਿਵੇਂ ਉਹਨਾਂ ਰਿਸ਼ਤਿਆਂ ਦੇ ਵਿੱਚ ਮੈਨੂੰ ਕਿਵੇਂ ਪਾਲਿਆ। ਫੋਰ ਐਗਜ਼ਾਮਪਲ ਕਈ ਵਾਰ ਇੱਕ ਮੇਰੇ ਕੋਲ ਕਲਾਇੰਟ ਆਉਂਦੇ ਹੁੰਦੇ ਸੀ, ਉਹ ਕਹਿੰਦੇ ਮੈਨੂੰ ਹਰ ਵੇਲੇ ਬਚਪਨ ਦੇ ਵਿੱਚ ਇਹੀ ਤੂੰ ਬਹੁਤ ਛੋਟਾ, ਕਿਉਂਕਿ ਉਹ ਛੋਟੇ ਸੀਗੇ ਐਂਡ ਕੋਈ ਵੀ ਲਾਈਫ ਦੇ ਵਿੱਚ ਚੀਜ਼ ਉਹਨਾਂ ਨੂੰ ਕਰਨ ਨਹੀਂ ਸੀ ਦਿੱਤੀ ਜਾਂਦੀ ਭੈਣ ਭਰਾਵਾਂ ਵੱਲੋਂ ਜਾਂ ਪੇਰੈਂਟਸ ਵੱਲੋਂ, ਸਿਰਫ ਛੋਟਾ ਛੋਟਾ। ਅਤੇ ਉਹ ਕਹਿੰਦੇ ਅਕਸਰ ਮੈਂ ਆਪਦੇ ਆਪ ਦੇ ਵਿੱਚ ਛੋਟਾ ਅਤੇ ਕਮਜ਼ੋਰ ਮਹਿਸੂਸ ਕਰਦਾ। ਅੱਜ ਤੱਕ ਵੀ ਮੈਂ ਲਾਈਫ ਦੇ ਵਿੱਚ ਮਹਿਸੂਸ ਕਰਦਾ ਕਿ ਮੈਂ ਕੁਛ ਵੱਡਾ ਨਹੀਂ ਕਰ ਸਕਦਾ, ਮੈਂ ਕੋਈ ਵੱਡੀ ਚੀਜ਼ ਨਹੀਂ ਕਰ ਸਕਦਾ, ਕਿਉਂਕਿ ਮੇਰਾ ਸੈਲਫ ਸਟੀਮ ਬਹੁਤ ਲੋ ਆ। ਬਿਕਾਜ਼ ਜਿਹੜੇ ਲੋਕਾਂ ਦੀ ਮਾਨਸਿਕਤਾ ਦੇ ਨਾਲ ਮੈਂ ਰਿਹਾ, ਉਹਨਾਂ ਲੋਕਾਂ ਨੇ ਮੈਨੂੰ ਦਿਸ਼ਾ ਇਹ ਦਿਖਾਈ ਕਿ ਤੂੰ ਬਸ ਕਮਜ਼ੋਰ ਆ ਅਤੇ ਤੂੰ ਛੋਟਾ ਵਾਂ, ਤੈਨੂੰ ਕੁਛ ਨਹੀਂ ਪਤਾ। ਐਂਡ ਇਹ ਵਰਡਸ ਉਹ ਕਹਿੰਦੇ ਮੇਰੇ ਲਈ ਕੌਨਸਟੈਂਟ ਯੂਜ਼ ਕਰਦੇ ਰਹੇ ਮੇਰੇ ਘਰ ਦੇ। ਐਂਡ ਇਹ ਨਹੀਂ ਕਿ ਇਹ ਬਹੁਤ ਪਿਆਰ ਵਾਲੇ ਮਾਂ ਬਾਪ ਕਰਦੇ ਸਾਡੇ, ਐਂਡ ਸਾਡੇ ਸਾਰਿਆਂ ਵਾਸਤੇ। ਇੱਕ ਮੇਰੇ ਕੋਲ ਕਲਾਇੰਟ ਆਇਆ, ਉਹ ਕਹਿੰਦੇ ਕਿ ਮੈਨੂੰ ਜਿੰਨਾ ਕੁ ਵੀ ਪਤਾ ਮੇਰੇ ਮਾਪਿਆਂ ਨੇ ਹਮੇਸ਼ਾ ਮੈਨੂੰ ਇੱਕ ਮੋਟੀ ਕਹਿ ਕੇ ਬੁਲਾਉਂਦੇ, ਉਹ ਹਮੇਸ਼ਾ ਘਰ ਦੇ ਵਿੱਚ ਮੈਨੂੰ ਮੋਟੀ ਬੁਲਾਉਂਦੇ। ਐਂਡ ਹਮੇਸ਼ਾ ਜਦੋਂ ਵੀ ਮੇਰਾ ਭਾਰ ਦੀ ਉਹ ਮੈਨੂੰ ਕ੍ਰਿਟੀਸਾਈਜ਼ ਕਰਦੇ, ਹਮੇਸ਼ਾ ਮੈਨੂੰ ਨਾ ਅੰਦਰੋਂ ਮੈਨੂੰ ਲੋਕਾਂ ਨਾਲ ਮਿਲਣਾ ਔਖਾ ਲੱਗਦਾ, ਮੈਂ ਲੋਕਾਂ ਨਾਲ ਮਿਲਣਾ ਚੰਗਾ ਨਹੀਂ ਸੀ ਸਮਝਦੀ। ਸੋ ਸਾਡੇ ਬਚਪਨ ਦੇ ਵਿੱਚ ਸਾਡੀਆਂ ਕਹਾਣੀਆਂ ਰਹੀਆਂ ਕਿ ਸਾਨੂੰ ਲੋਕਾਂ ਨੇ। ਸੋ ਆਪਦੇ ਆਪ ਦੇ ਵਿੱਚ ਇਹ ਕੁਐਸਚਨ ਪੁੱਛੋ ਕਿ ਜਦੋਂ ਮੈਂ ਰੋਂਦਾ ਸੀ ਕਿ ਮੈਨੂੰ ਲਈ ਸੌਖਾ ਸੀ ਕਿਸੇ ਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਰੋਣਾ, ਜਾਂ ਮੈਂ ਆਪਦੇ ਰੋਣੇ ਨੂੰ ਅੰਦਰ ਹੀ ਦਬਾ ਲੈਂਦਾ ਸੀ ਐਂਡ ਮੈਨੂੰ ਪਤਾ ਸੀ ਵੀ ਕੋਈ ਕਿਸੇ ਦੀ ਗੋਦੀ 'ਚ ਮੈਂ ਸਿਰ ਰੱਖ ਕੇ ਨਹੀਂ ਰੋ ਸਕਦਾ ਗਾ। ਕਿ ਮੈਨੂੰ ਆਪਦੇ ਘਰਦਿਆਂ ਦਾ ਫਿਕਰ ਹੁੰਦੀ ਸੀ, ਮੈਨੂੰ ਟੈਨਸ਼ਨ ਹੁੰਦੀ ਸੀ। ਕਿ ਮੈਨੂੰ ਇਹ ਟੈਨਸ਼ਨ ਰਹਿੰਦੀ ਸੀ ਕਿ ਮੇਰੇ ਮਾਂ ਬਾਪ ਕਿਤੇ ਲੜ ਨਾ ਪੈਣ, ਕਿ ਮੈਨੂੰ ਇਹ ਕਿਤੇ ਟੈਨਸ਼ਨ ਰਹਿੰਦੀ ਸੀਗੀ ਕਿ ਇੱਕ ਮੇਰਾ ਕਲਾਇੰਟ ਆ, ਉਹ ਕਹਿੰਦੇ ਕਿ ਮੈਂ 5 ਸਾਲ ਦਾ ਸੀ ਜਦੋਂ ਮੈਨੂੰ ਇੰਨੀ ਸਟ੍ਰੈਸ ਹੁੰਦੀ ਸੀ ਕਿਉਂਕਿ ਉਹਨਾਂ ਦੇ ਫਾਦਰ ਸ਼ਰਾਬ ਜ਼ਿਆਦਾ ਪੀਂਦੇ ਸੀ। ਕਹਿੰਦੇ ਮੈਨੂੰ ਸਟ੍ਰੈਸ ਹੁੰਦੀ ਸੀ ਕਿ ਮੇਰਾ ਫਾਦਰ ਰੋਟੀ ਖਾ ਕੇ ਸੌਵੇਂ। ਸੋ ਸੈਡ। ਸੋ ਇਹਨਾਂ ਕਹਾਣੀਆਂ ਦੀ ਸਾਨੂੰ ਜ਼ਰੂਰਤ ਆ, ਕਿਉਂਕਿ ਤੁਸੀਂ ਦੇਖੋ ਕਿ 5 ਸਾਲ ਦੇ ਬੱਚੇ ਦੇ ਦਿਮਾਗ ਦੀ ਸਥਿਤੀ ਇਹ ਸੀਗੀ ਕਿ ਮੈਂ ਆਪਦੇ ਫਾਦਰ, ਕਿਤੇ ਮੇਰਾ ਫਾਦਰ ਭੁੱਖਾ ਨਾ ਰੋਟੀ ਤੋਂ ਬਿਨਾਂ ਪੈ ਜਾਏ, ਕਿਤੇ ਮੇਰਾ ਫਾਦਰ ਫੂਡ ਖਾਧੇ ਤੋਂ ਬਿਨਾਂ ਨਾ ਪੈ ਜਾਏ। ਸੋ ਕਹਿੰਦੇ ਕਿਉਂਕਿ ਮੇਰੇ ਮਦਰ ਨਹੀਂ ਸੀ ਉਹਨਾਂ ਨੂੰ ਫੜਾ ਕੇ ਆਉਂਦੇ, ਉਹ ਮੇਰੇ ਮਦਰ ਨਾਲ ਲੜਦੇ ਹੁੰਦੇ ਸੀ, ਇਸ ਕਰਕੇ ਮੈਂ ਕਈ ਰਾਤਾਂ ਤੱਕ ਲੇਟ ਤੱਕ ਜਾਗਦਾ ਰਹਿੰਦਾ ਕਿ ਜਦ ਮੈਂ ਆਪਦੇ ਫਾਦਰ ਨੂੰ ਰੋਟੀ ਖਵਾ ਕੇ ਫਿਰ ਮੈਨੂੰ ਸੌਣਾ। ਤੁਸੀਂ ਦੇਖੋ ਕਿ ਇਹ ਜਿਹੜਾ ਕੰਮ ਹੈ 25-26 ਸਾਲ ਦੇ ਇਨਸਾਨ ਦਾ ਕੰਮ ਆ, ਪਰ ਇੱਕ 5 ਸਾਲ ਦਾ ਬੱਚਾ ਕਰ ਰਿਹਾ ਸੀ। ਸੋ ਐਵੇਂ ਇਹ ਨਹੀਂ ਹੈ ਕਿ ਇੱਕ ਜਣੇ ਨੇ ਕੀਤਾ, ਅਸੀਂ ਸਾਰੇ ਆਪਦੇ ਘਰ ਦੇ ਵਿੱਚ ਕੋਈ ਨਾ ਕੋਈ ਜਿਹੜੇ ਛੋਟੇ ਹੁੰਦਿਆਂ ਚੀਜ਼ਾਂ ਕੀਤੀਆਂ ਵਾ, ਸਿਚੁਏਸ਼ਨਸ ਕੀਤੀਆਂ ਜਿੱਥੇ ਸਾਡੇ 'ਚ ਡਰ ਪੈਦਾ ਹੋਇਆ, ਜਿੱਥੇ ਸਾਡੇ 'ਚ ਗਿਲਟ ਪੈਦਾ ਹੋਈ, ਜਿੱਥੇ ਸਾਡੇ 'ਚ ਸਾਨੂੰ ਬਸ ਜੋ ਵੀ ਦੱਸਿਆ ਜਾਂਦਾ ਸੀ ਅੱਖਾਂ ਬੰਦ ਕਰਕੇ ਫੋਲੋ ਕਰ ਲੈਂਦੇ ਸੀ, ਕਿਉਂਕਿ ਜੇ ਨਹੀਂ ਸੀ ਕਰਦੇ ਤੇ ਝਿੜਕਾਂ ਪੈਂਦੀਆਂ ਸੀ, ਤੇ ਜੇ ਨਹੀਂ ਸੀ ਕਰਦੇ ਤੇ ਮਾਂ ਬਾਪ ਸਾਨੂੰ ਹੋਰ ਕ੍ਰਿਟੀਸਾਈਜ਼ ਕਰਦੇ ਸੀ। ਸੋ ਤੁਹਾਡਾ ਬਚਪਨ ਕਿੱਦਾਂ ਦਾ ਨਿਕਲਿਆ? ਤੁਹਾਡੇ ਬਚਪਨ ਦੇ ਵਿੱਚ ਤੁਹਾਡੇ ਕੋਲ ਕਿਹੜੀਆਂ ਕਹਾਣੀਆਂ ਸੀਗੀਆਂ? ਸੋ ਫੋਰ ਐਗਜ਼ਾਮਪਲ ਜਦੋਂ ਤੁਹਾਡੇ ਫਾਦਰ ਆ, ਉਹ ਤੁਹਾਨੂੰ ਕਿਹੋ ਜਿਹੇ ਸ਼ਬਦ ਕਹਿੰਦੇ ਹੁੰਦੇ ਸੀ, ਤੁਹਾਡੇ ਬਾਰੇ ਕਿਹੋ ਜਿਹੇ ਸ਼ਬਦ ਬੋਲਦੇ ਹੁੰਦੇ ਸੀ? ਐਂਡ ਐਜ਼ ਅ ਮੈਨ ਸਪੈਸ਼ਲੀ ਇੱਕ ਆਦਮੀ ਲਈ ਕਿੰਨਾ ਕੁ ਰਿਸ਼ਤਾ ਰਿਹਾ ਤੁਹਾਡਾ ਇੱਕ ਫਾਦਰ ਦੇ ਨਾਲ? ਬਿਕਾਜ਼ ਇਹ ਬੜਾ ਜ਼ਰੂਰੀ ਹੈ ਕਿ ਜੋ ਸ਼ਬਦ ਅਸੀਂ ਆਪਣੇ ਬਚਪਨ ਦੇ ਵਿੱਚ ਦੂਜਿਆਂ ਤੋਂ ਸੁਣੇ, ਕਿਤੇ ਇਹੀ ਸ਼ਬਦ ਅਸੀਂ ਆਪਣੇ ਬੱਚਿਆਂ ਨੂੰ ਤਾਂ ਨਹੀਂ ਬੋਲਦੇ। ਕਿੰਨੇ ਹੀ ਪੇਰੈਂਟਸ ਮੇਰੇ ਕੋਲ ਆ ਕੇ ਕਹਿੰਦੇ ਨਾ ਕਿ ਅਸੀਂ ਸੋਚਿਆ ਸੀ ਅਸੀਂ ਕਦੇ ਆਪਦੇ ਮਾਂ ਬਾਪ ਵਰਗੇ ਨਹੀਂ ਬਣਨਾ, ਐਂਡ ਕਹਿੰਦੇ ਪਤਾ ਹੀ ਨਹੀਂ ਲੱਗਦਾ ਅਸੀਂ ਆਪਦੇ ਮਾਂ ਬਾਪ ਬਣ ਜਾਂਦੇ ਹਾਂ, ਪੈਰੈਂਟਿੰਗ ਦੇ ਵਿੱਚ ਅਸੀਂ ਆਪਦੇ ਮਾਂ ਬਾਪ ਬਣ ਜਾਂਦੇ ਹਾਂ। ਸੋ ਸਾਡੇ ਸਭ ਤੋਂ ਪਹਿਲਾਂ ਜਦੋਂ ਅਸੀਂ ਜਨਮ ਹੁੰਦਾ ਨਾ, ਸਾਡੀਆਂ ਸਭ ਤੋਂ ਪਹਿਲਾਂ ਜਿਹੜੀਆਂ ਹਿਊਮਨ ਟੂ ਹਿਊਮਨ ਇੰਟਰੈਕਸ਼ਨ ਆ, ਜਿਹੜੀਆਂ ਇਨਸਾਨ ਦੇ ਨਾਲ ਇਨਸਾਨ ਨਾਲ ਕਿਵੇਂ ਰਹਿਣਾ, ਸਾਡੀਆਂ ਸਾਡੇ ਮਾਂ ਬਾਪ ਨਾਲ ਪੈਂਦੀਆਂ। ਐਂਡ ਬਹੁਤ ਸੈਡ ਚੀਜ਼ ਹੈ ਕਿ ਉਹਨਾਂ ਰਿਸ਼ਤਿਆਂ ਦੇ ਵਿੱਚ ਅਸੀਂ ਤਣਾਅ ਦੇਖਿਆ ਹੋਇਆ, ਉਹਨਾਂ ਰਿਸ਼ਤਿਆਂ ਦੇ ਵਿੱਚ ਅਸੀਂ ਕ੍ਰਿਟਿਸਿਜ਼ਮ ਦੇਖੀ ਵੀ ਆ, ਉਹਨਾਂ ਰਿਸ਼ਤਿਆਂ ਦੇ ਵਿੱਚ ਬਚਪਨ ਦੇ ਵਿੱਚ ਤੁਸੀਂ ਲਾ ਲਓ, ਉਹਨਾਂ ਰਿਸ਼ਤਿਆਂ ਦੇ ਵਿੱਚ ਅਸੀਂ ਘੁੱਟਣ ਮਹਿਸੂਸ ਕੀਤੀ ਵੀ ਆ। ਇਸੇ ਕਰਕੇ ਤਾਂ ਸਾਨੂੰ ਬੜਾ ਔਖਾ ਲੱਗਦਾ ਕਿ ਜਿਹੜੇ ਮਾਂ ਬਾਪ ਸਾਨੂੰ ਜਾਨ ਤੋਂ ਵੀ ਪਿਆਰੇ ਆ, ਉਹਨਾਂ ਕੋਲ ਅਸੀਂ ਦੁੱਖ ਸੁੱਖ ਕੁਛ ਕਰ ਸਕੀਏ, ਉਹਨਾਂ ਕੋਈ ਜਿਹੜੀ ਗੱਲ ਸਾਡੇ ਲਈ ਅਨਕੰਫਰਟੇਬਲ ਅਸੀਂ ਉਹਨੂੰ ਕਹਿ ਸਕੀਏ, ਕਿਉਂਕਿ ਸਾਨੂੰ ਲੱਗਦਾ ਉਹਨੂੰ ਸਮਝ ਹੀ ਨਹੀਂ ਸਕਣਗੇ ਸਾਨੂੰ। ਸੋ ਇੱਦਾਂ ਦੀਆਂ ਸਾਡੇ ਵਿੱਚ। ਸੋ ਫੋਰ ਐਗਜ਼ਾਮਪਲ ਥਿੰਕ ਅਬਾਊਟ, ਜੇ ਇੱਕ ਤੁਹਾਡਾ ਬੱਚਾ C- ਰਿਪੋਰਟ ਕਾਰਡ 'ਤੇ ਲੈ ਕੇ ਆ ਗਿਆ ਐਂਡ ਤੁਹਾਡੇ ਅੰਦਰ ਤੁਸੀਂ ਉਹਨੂੰ ਕ੍ਰਿਟੀਸਾਈਜ਼ ਕਰਨ ਲੱਗ ਗਏ, ਥੋੜ੍ਹਾ ਜਿਹਾ ਪਿੱਛੇ ਜਾ ਕੇ ਸੋਚੋ
ਕਿ ਜਦੋਂ ਤੁਹਾਨੂੰ ਪੜ੍ਹਾਈ ਦੇ ਵਿੱਚ ਇੱਦਾਂ ਦੀ ਤੁਹਾਡੀ ਪਰਫਾਰਮੈਂਸ ਆਉਂਦੀ ਸੀ, ਪੜ੍ਹਾਈ 'ਚ ਤੁਹਾਡਾ ਮਨ ਨਹੀਂ ਸੀ ਲੱਗਦਾ, ਤੁਹਾਡੇ ਮਾਪਿਆਂ ਦੇ ਤੁਹਾਡੇ ਪ੍ਰਤੀ ਕੀ ਸੁਨੇਹੇ ਸੀਗੇ, ਤੁਹਾਡੇ ਮਾਂ-ਬਾਪ ਤੁਹਾਨੂੰ ਕਿਵੇਂ ਟਰੀਟ ਕਰਦੇ ਸੀ, ਕਿਸੇ ਇਸੇ ਹੀ ਤਰੀਕੇ ਨਾਲ। ਬਿਕਾਜ਼ ਅਸੀਂ ਲੜੀ ਤੋੜਨੀ ਆ, ਸਾਡਾ ਮਕਸਦ ਇਹ ਸਾਰੀ ਐਜੂਕੇਸ਼ਨ ਇਸ ਟ੍ਰੇਨਿੰਗ ਦਾ ਵਾ, ਜਿਹੜੀ ਇਹ ਸਾਈਕੋਲੋਜੀਕਲ ਬੇਸਡ ਅਸੀਂ ਕਰਦੇ ਹਾਂ ਮਾਨਸਿਕ ਟ੍ਰੇਨਿੰਗ, ਕਿ ਅਸੀਂ ਲੜੀ ਤੋੜਨੀ ਆ। ਜੋ ਸਾਡੇ ਨਾਲ ਹੋਇਆ ਅਸੀਂ ਉਹ ਨਾ ਗਾਂਹ ਕਰ ਸਕੀਏ। ਪਰ ਇਹ ਸੌਖਾ ਨਹੀਂ, ਕਹਿਣਾ ਬਹੁਤ ਸੌਖਾ, ਪਰ ਇਹ ਕਰਨਾ ਬਹੁਤ ਔਖਾ, ਕਿਉਂਕਿ ਅਸੀਂ ਆਦਤੀ ਇਨਸਾਨ ਆ, ਆਦਤ ਬੀਇੰਗਸ, ਅਸੀਂ ਹੈਬਿਟ ਬੀਇੰਗਸ ਆ। ਬਿਕਾਜ਼ ਸਾਡੇ 'ਚ ਆਦਤਾਂ ਭਰੀਆਂ ਵੀਆਂ ਕੁੱਟ-ਕੁੱਟ ਕੇ, ਐਂਡ ਉਹਨਾਂ ਆਦਤਾਂ ਨੂੰ ਪਾਸੇ ਕਰਨਾ, ਉਹਨਾਂ ਆਦਤਾਂ ਨੂੰ ਛੱਡਣਾ ਬਹੁਤ ਔਖਾ। ਆਦਤ ਸਿੰਪਲ ਐਜ਼ ਲਾਈਕ ਚਾਹ ਪੀਣੀ ਜਾਂ ਕੌਫੀ ਪੀਣੀ, ਉਸ ਆਦਤ ਨੂੰ ਤੁਸੀਂ ਆਈ ਡੋਂਟ ਨੋ, ਮੈਂ ਲੇਟਲੀ ਆਪਦੀ ਕੈਫੀਨ ਆਪਦਾ ਚਾਹ ਦੀ ਥੋੜ੍ਹੀ ਇਨਟੇਕ ਘੱਟ ਕਰ ਰਹੀ ਹਾਂ, ਅਤੇ ਮੈਨੂੰ ਮਹਿਸੂਸ ਹੋ ਰਿਹਾ ਕਿ ਕਿੰਨੀ ਔਖੀ ਆ। ਤੁਸੀਂ ਦੇਖੋ ਵੀ ਮਾਨਸਿਕ ਆਦਤ ਬਦਲਣੀ ਕਿੰਨੀ ਔਖੀ ਹੋਊਗੀ, ਕਿ ਹਜੇ ਸਿਰਫ ਇੱਕ ਜੇ ਤੁਹਾਨੂੰ ਚਾਹ ਘਟਾਉਣ ਵਾਸਤੇ ਵੀ ਕਿਹਾ ਜਾਵੇ ਤਾਂ ਉਹ ਵੀ ਤੁਹਾਡੇ ਅੰਦਰ ਕਿੰਨੀ ਅਨਕੰਫਰਟੇਬਲ ਆ। ਉਹ ਵੀ ਸਾਡੇ ਤੋਂ ਕਈ ਵਾਰ ਅਸੀਂ ਉਸੇ ਹੀ ਆਦਤ 'ਚ ਪੈ ਜਾਂਦੇ ਹਾਂ, ਅਸੀਂ ਉਸੇ ਪੈਟਰਨ 'ਚ ਪੈ ਜਾਂਦੇ ਹਾਂ ਕਿ ਜੋ ਕੁਛ ਹੁੰਦਾ ਹੋਈ ਜਾਵੇ, ਮੈਂ ਤਾਂ ਚਾਹ ਪੀਣੀ ਆ। ਸੋ ਇੱਦਾਂ ਦੀ ਸਾਨੂੰ ਆਦਤ ਬੜੀ ਔਖੀ ਆ ਬਦਲਣ ਦੀ, ਕਿਉਂਕਿ ਉਹ ਆਦਤਾਂ ਸਾਡੀਆਂ ਸ਼ੁਰੂ ਤੋਂ ਚੱਲਦੀਆਂ ਆ ਰਹੀਆਂ ਵਾ। ਸੋ ਜਿਵੇਂ ਮੈਂ ਕਿਹਾ, ਫੋਰ ਐਗਜ਼ਾਮਪਲ, ਜਦੋਂ ਤੁਹਾਡੇ ਪੇਰੈਂਟ ਤੁਹਾਨੂੰ ਕੁਛ ਤੁਹਾਡੇ ਤੋਂ ਐਕਸਪੈਕਟੇਸ਼ਨ ਰੱਖਦੇ ਸੀ, ਤਾਂ ਕੁਛ ਕਰਨ ਲਈ ਕਹਿੰਦੇ ਸੀ, ਐਂਡ ਜਦੋਂ ਤੁਸੀਂ ਉਹਨਾਂ ਨੂੰ ਨਾ ਕਹਿੰਦੇ ਹੁੰਦੇ ਸੀ, ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਸੀ, ਉਹ ਕਿਸ ਤਰੀਕੇ ਨਾਲ ਤੁਹਾਨੂੰ ਵਿਚਰਦੇ ਹੁੰਦੇ ਸੀ ਤੁਹਾਡੇ ਨਾਲ। ਕਿਤੇ ਉਹੀ ਰਿਐਕਸ਼ਨ ਤੁਹਾਡਾ ਆਪਣੇ ਬੱਚੇ ਨਾਲ ਤਾਂ ਨਹੀਂ ਨਾ, ਕਿ ਜਦੋਂ ਤੁਹਾਡਾ ਬੱਚਾ ਤੁਹਾਨੂੰ ਨਾ ਕਰਦਾ ਤਾਂ ਤੁਸੀਂ ਕਿਵੇਂ ਉਹਨੂੰ ਕਰਦੇ ਹੋ। ਜਦੋਂ ਤੁਹਾਡਾ ਬੱਚਾ ਜਦੋਂ ਤੁਸੀਂ ਦੁੱਖ 'ਚ ਹੁੰਦੇ ਸੀਗੇ, ਜਦੋਂ ਬਚਪਨ ਦੇ ਵਿੱਚ ਤੁਸੀਂ ਰੋਂਦੇ ਹੁੰਦੇ ਸੀ, ਫਰਸਟ੍ਰੇਸ਼ਨ 'ਚ ਹੁੰਦੇ ਸੀ, ਤੁਹਾਡੇ ਪੇਰੈਂਟਸ ਤੁਹਾਡੇ ਆਲੇ ਦੁਆਲੇ ਕੀ ਕਰਦੇ ਹੁੰਦੇ ਸੀ? ਉਹ ਤੁਹਾਨੂੰ ਸਿੰਪਲੀ, ਜਿਵੇਂ ਕਿ ਮੋਸਟ ਪੇਰੈਂਟਸ ਕਰਦੇ ਹੁੰਦੇ ਸੀ, ਕਿ ਚੁੱਪ ਕਰ, ਰੋਣਾ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਵੀ ਡਰ ਪੈਦਾ ਹੋ ਜਾਂਦਾ ਸੀ। ਜਦੋਂ ਤੁਹਾਡੇ ਚਾਹ ਸਾਰੀਆਂ ਭਾਵਨਾਵਾਂ ਆ ਜਾਂਦੀਆਂ ਸੀ, ਉਹ ਚਾਹੁੰਦੇ ਨਹੀਂ ਸੀ ਡੀਲ ਕਰਨਾ, ਅਤੇ ਉਹ ਕਹਿੰਦੇ ਸੀ ਚੁੱਪ ਕਰ ਜਾ ਜਲਦੀ, ਕੀ ਇੱਦਾਂ ਦਾ। ਐਂਡ ਫਿਰ ਜਦੋਂ ਤੁਹਾਡਾ ਬੱਚਾ ਰੋਂਦਾ ਤੁਹਾਡੇ ਸਾਹਮਣੇ, ਜਦੋਂ ਤੁਹਾਡਾ ਬੱਚਾ ਫਰਸਟ੍ਰੇਟਡ ਹੁੰਦਾ, ਤੁਹਾਡਾ ਬੱਚਾ ਦੁਖੀ ਹੁੰਦਾ ਵਾ, ਤੁਸੀਂ ਕਿਹੜਾ ਮੈਕੈਨਿਜ਼ਮ ਯੂਜ਼ ਕਰਦੇ ਆ? ਤੁਸੀਂ ਕਿਤੇ ਉਹੀ ਮੈਕੈਨਿਜ਼ਮ ਤਾਂ ਨਹੀਂ ਨਾ ਯੂਜ਼ ਕਰਦੇ ਜਿਹੜਾ ਤੁਹਾਡੇ ਲਈ ਯੂਜ਼ ਕੀਤਾ ਗਿਆ ਮੈਕੈਨਿਜ਼ਮ ਆ। ਸੋ ਜਦੋਂ ਤੁਹਾਡੇ ਕਾਫੀ ਹੋਰ, ਫੋਰ ਐਗਜ਼ਾਮਪਲ, ਜਦੋਂ ਤੁਸੀਂ ਗਲਤੀ ਕਰਦੇ ਹੁੰਦੇ ਸੀ ਬਚਪਨ ਦੇ ਵਿੱਚ, ਤੁਹਾਡੇ ਮਾਂ-ਬਾਪ ਦਾ ਤੁਹਾਡੇ ਨਾਲ ਕੀ ਵਿਤਕਰਾ ਹੁੰਦਾ ਸੀ, ਤੁਹਾਡੇ ਆਲੇ ਦੁਆਲੇ ਜਿਹੜੇ ਇਨਸਾਨ ਰਹਿੰਦੇ ਸੀ ਉਹਨਾਂ ਦਾ ਤੁਹਾਡੇ ਪ੍ਰਤੀ ਕੀ ਵਿਤਕਰਾ ਹੁੰਦਾ ਸੀ। ਐਂਡ ਹੁਣ ਜਦੋਂ ਤੁਹਾਡਾ ਬੱਚਾ ਗਲਤੀ ਕਰਦਾ ਤਾਂ ਤੁਹਾਡਾ ਕੀ ਵਿਤਕਰਾ। ਇਹ ਚੀਜ਼ਾਂ ਕਨੈਕਟ ਕਰਕੇ ਦੇਖਿਓ, ਕਿਤੇ ਨਾ ਕਿਤੇ ਲੜੀ ਚੱਲੀ ਆ ਰਹੀ ਹੈ। ਸਾਡਾ ਮਕਸਦ ਹੀ ਸਾਰਾ ਟ੍ਰੇਨਿੰਗ ਦਾ ਕਿ ਅਸੀਂ ਲੜੀ ਤੋੜਨੀ ਆ। ਪਹਿਲਾਂ ਅਸੀਂ ਲੜੀ ਨੂੰ ਪਛਾਣਨਾ ਵੀ ਹੋਈ ਕਿੱਥੋਂ ਆ, ਕਿਉਂਕਿ ਕਿਤੋਂ ਨਾ ਕਿਤੋਂ ਸਟਾਰਟ ਹੋਈ ਆ। ਸਾਡੇ ਵਿੱਚ ਲੜੀ ਕਦੋਂ ਆਈ ਆ? ਐਂਡ ਮੋਸਟ ਆਫ ਦ ਟਾਈਮ ਜਿਹੜੀਆਂ ਸਾਡੀਆਂ ਆਦਤਾਂ ਵਾ, ਤੁਸੀਂ ਟਰੈਕ ਬੈਕ ਕਰਕੇ ਵੇਖ ਲਿਓ ਆਪਦੇ ਪੇਰੈਂਟਸ ਦੇ ਨਾਲ, ਬਹੁਤ ਮਿਲਣਗੀਆਂ, ਬਹੁਤ ਆਦਤਾਂ ਉਹਨਾਂ ਦੀ ਸੋਚਣੀਆਂ, ਬਿਕਾਜ਼ ਸੋਚਣਾ ਵੀ ਸਾਨੂੰ ਸਿਖਾਇਆ ਗਿਆ। ਫੋਰ ਐਗਜ਼ਾਮਪਲ, ਕਾਲਾ ਰੰਗ ਬੁਰਾ, ਚਿੱਟਾ ਰੰਗ ਚੰਗਾ, ਇਹ ਸਾਨੂੰ ਸਿਖਾਇਆ ਗਿਆ, ਇਹ ਸਾਡੀ ਸਿੱਖਿਆ ਕਿਸੇ ਨੇ ਦਿੱਤੀ ਵੀ ਹੈ। ਸਾਨੂੰ ਨਹੀਂ ਪਤਾ ਸੀਗਾ ਐਜ਼ ਅ ਬੱਚੇ। ਅਸੀਂ ਦੇਖਿਆ ਕਾਲੇ, ਜਿਹੜੇ ਲੋਕਾਂ ਦਾ ਰੰਗ ਕਾਲਾ ਹੁੰਦਾ ਸੀ, ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਸੀ, ਐਂਡ ਜਿਹੜੇ ਲੋਕਾਂ ਦਾ ਰੰਗ ਚਿੱਟਾ ਹੁੰਦਾ ਸੀ, ਲੋਕ ਉਹਨਾਂ ਨੂੰ ਇੱਜ਼ਤ ਦਿੰਦੇ ਸੀ। ਜਿਹੜੇ ਲੋਕ ਡਿਗਰੀ ਕਰਕੇ ਜ਼ਿਆਦਾ ਪੈਸਾ ਕਮਾਉਂਦੇ ਸੀ, ਲੋਕ ਉਹਨਾਂ ਨੂੰ ਇੱਜ਼ਤ ਦਿੰਦੇ ਸੀ। ਜਿਹੜੇ ਲੋਕ ਨਹੀਂ ਸੀ, ਉਹਨਾਂ ਨੂੰ ਲੋਕੀ ਡਿਸਰਿਸਪੈਕਟ ਕਰਦੇ ਸੀ। ਇਹ ਸਾਰੀਆਂ ਚੀਜ਼ਾਂ ਸਾਨੂੰ ਸਿਖਾਈਆਂ ਗਈਆਂ ਵਾ, ਅਸੀਂ ਦੇਖੀਆਂ ਵਾ। ਇਸ ਕਰਕੇ ਕਦੇ ਮੈਂ ਅਕਸਰ ਆਪਣੇ ਕਲਾਇੰਟਾਂ ਨੂੰ ਵੀ ਕਹਿੰਦੀ ਹੁੰਦੀ ਹਾਂ, ਜਾਂ ਆਪਣੇ ਆਪ 'ਤੇ ਵੀ ਮੈਂ ਚੀਜ਼ ਲਾਗੂ, ਅਸੀਂ ਫਰੀ ਨਹੀਂ ਹੈਗੇ। ਅਸੀਂ ਕਈ ਵਾਰ ਕਹਿੰਦੇ ਨਾ ਕਿ ਮੇਰੀ ਫਰੀਡਮ ਆ ਚੋਇਸ, ਮੈਂ ਫਰੀਲੀ ਪਿਕ ਕਰ ਸਕਦਾ। ਨਹੀਂ, ਸਾਨੂੰ ਸਿਖਾਇਆ ਗਿਆ ਕਿ ਤੂੰ ਕੀ ਪਿਕ ਕਰਨਾ ਗਾ, ਐਂਡ ਅਸੀਂ ਉਹ ਪਿਕ ਕਰਦੇ ਹਾਂ। ਅਸੀਂ ਕਦੇ ਨਹੀਂ ਪਿਕ ਕਰਦੇ ਕਿ ਜਿਹੜੀਆਂ ਚੀਜ਼ਾਂ, ਫੋਰ ਐਗਜ਼ਾਮਪਲ, ਜੇ ਤੁਸੀਂ ਇੱਕ ਸਟੋਰ ਦੇ ਵਿੱਚ ਜਾਂਦੇ ਹੋ ਅਤੇ ਉੱਥੇ 10 ਤਰ੍ਹਾਂ ਦੇ ਫਰੂਟ ਪਏ ਆ, ਅਤੇ ਤੁਸੀਂ ਕਹਿੰਦੇ ਮੇਰੀ ਤਾਂ ਚੋਇਸ ਆ, ਮੈਂ ਕਿਹੜਾ ਮਰਜ਼ੀ ਫਰੂਟ 'ਚ। ਨਹੀਂ, ਉਹ ਫਰੂਟ ਹੋ ਸਕਦਾ 20 ਤਰ੍ਹਾਂ ਦੇ ਹੋਣ, ਪਰ ਉਹ ਸਟੋਰ ਨੇ ਤੁਹਾਨੂੰ ਓਨੀ ਹੀ ਚੋਇਸ ਦਿੱਤੀ ਆ 10 ਫਰੂਟ। ਸੋ ਉਹਨਾਂ ਨੇ ਚੂਜ਼ ਕੀਤਾ, ਤੁਸੀਂ ਨਹੀਂ ਚੂਜ਼ ਕੀਤਾ। ਤੁਸੀਂ ਤਾਂ ਸਿਰਫ ਉਹ 10 ਫਲਾਂ ਦੇ ਵਿੱਚੋਂ ਚੂਜ਼ ਕਰਨਾ ਵਾ। ਜਿਹੜੇ 10 ਫਲ ਪਏ ਆ, ਤੁਸੀਂ ਉਹਨਾਂ ਦੇ ਵਿੱਚੋਂ ਚੂਜ਼ ਕਰਨਾ, ਪਰ ਉਹਨਾਂ ਨੇ 50 ਜਾਂ 100 ਦੀ ਤੁਹਾਨੂੰ ਕੋਈ ਆਪਸ਼ਨ ਨਹੀਂ ਦਿੱਤੀ ਕਿ। ਸੋ ਜਿਹੜੀਆਂ ਆਪਸ਼ਨਾਂ ਸਾਨੂੰ ਲੱਗਦਾ ਨਾ ਕਿ ਸਾਡੀ ਫਰੀਡਮ ਆ, ਨਹੀਂ, ਉਹ ਸਾਨੂੰ ਸਿਖਾਈਆਂ ਗਈਆਂ। ਸਾਨੂੰ ਕਿਹਾ ਗਿਆ ਕਿ ਇਹੀ ਬਾਰ-ਬਾਰ ਚੀਜ਼ਾਂ ਤੋਂ ਪਿਕ ਕਰਨੀਆਂ, ਐਂਡ ਅਸੀਂ ਉਹੀ ਚੀਜ਼ਾਂ ਪਿਕ ਕਰਨੀਆਂ। ਸੋ ਇਹ ਬੜਾ ਜ਼ਰੂਰੀ ਹੈ ਕਿ ਆਪਦੇ ਬਚਪਨ ਵੱਲ ਵੇਖੋ, ਕਿ ਹਰ ਵਕਤ ਜਦੋਂ ਵੀ ਮੇਰੀ ਕੋਈ ਲੋੜ ਹੁੰਦੀ ਸੀ, ਮੈਂ ਆਪਦੇ ਮਾਂ-ਬਾਪ ਨੂੰ ਕਹਿਣ ਤੋਂ ਡਰਦਾ ਹੁੰਦਾ ਸੀ, ਜਾਂ ਡਰਦੀ ਹੁੰਦੀ ਸੀਗੀ ਕਿ ਉਹਨਾਂ ਦਾ ਵਿਵਹਾਰ ਕੀ ਹੁੰਦਾ ਸੀ। ਫੋਰ ਐਗਜ਼ਾਮਪਲ, ਜਦੋਂ ਵੀ ਮੈਨੂੰ ਕੋਈ ਚੰਗੀ ਚੀਜ਼ ਲੱਗਦੀ ਸੀ, ਜਾਂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ,
ਉਹਨਾਂ ਦਾ ਉਹ ਵਿਤਕਰਾ ਕੀ ਹੁੰਦਾ ਸੀ। ਕਿਤੇ ਇਹੀ ਵਿਤਕਰਾ ਤਾਂ ਨਹੀਂ ਨਾ ਮੇਰਾ ਆਪਣੇ ਬੱਚਿਆਂ ਦੇ ਨਾਲ। ਜਦੋਂ ਮੈਂ ਘਰੋਂ ਲੇਟ ਆਉਂਦਾ ਹੁੰਦਾ ਸੀ, ਆਪਣੇ ਜਦੋਂ ਮੈਂ ਬਚਪਨ 'ਚ ਸੀਗਾ, ਜਦੋਂ ਮੈਂ ਘਰੋਂ ਲੇਟ ਆਉਂਦਾ ਹੁੰਦਾ ਸੀ ਅਤੇ ਮੇਰੇ ਮਾਂ ਬਾਪ ਮੈਨੂੰ ਕਿਸ ਤਰੀਕੇ ਨਾਲ ਟਰੀਟ ਕਰਦੇ ਸੀ। ਕਿਤੇ ਉਹੀ ਟਰੀਟਮੈਂਟ ਸਾਨੂੰ ਇਹ ਤਾਂ ਨਹੀਂ ਗਈ ਨਾ ਕਿ ਅਸੀਂ ਆਪਣੇ ਬੱਚਿਆਂ ਨਾਲ ਕਰ ਰਹੇ ਹਾਂ। ਅਕਸਰ ਸਾਡੇ ਪੰਜਾਬੀ ਕਲਚਰ ਦੇ ਵਿੱਚ ਕਹਾਵਤ ਵੀ ਆ ਕਿ ਤੁਸੀਂ ਮਾਪੇ ਬਣ ਕੇ ਦੇਖੋ, ਤੁਸੀਂ ਵੀ ਫਿਰ ਇਹੀ ਚੀਜ਼ਾਂ ਕਰੋਗੇ। ਐਗਜ਼ੈਕਟਲੀ ਸਾਨੂੰ ਸਿਖਾਈਆਂ ਗਈਆਂ ਐਂਡ ਅਸੀਂ ਉਹੀ ਚੀਜ਼ਾਂ ਕਰਾਂਗੇ। ਜੇ ਤੁਹਾਡੇ ਬਚਪਨ 'ਚ ਕਿਸੇ ਨੇ ਤੁਹਾਨੂੰ ਪੰਜਾਬੀ ਸਿਖਾਈ ਹੈ ਨਾ, ਤਾਂ ਤੁਸੀਂ ਪੰਜਾਬੀ ਬੋਲੋਗੇ ਆਪਦੇ ਬੱਚਿਆਂ ਨਾਲ। ਤੁਸੀਂ ਉਹਨੂੰ ਸਡਨਲੀ ਫਰੈਂਚ ਜਾਂ ਫਾਰਸੀ ਤਾਂ ਨਹੀਂ ਨਾ ਬੋਲਣ ਲੱਗ ਜਾਓਗੇ। ਸੋ ਤੁਸੀਂ ਉਹੀ ਚੀਜ਼ਾਂ ਬੋਲੋਗੇ ਜਿਹੜੀਆਂ ਚੀਜ਼ਾਂ ਤੁਹਾਨੂੰ ਸਿਖਾਈਆਂ ਗਈਆਂ। ਆਪਦੇ ਬੱਚੇ ਨਾਲ ਇਹ ਚੀਜ਼ਾਂ ਤੁਸੀਂ ਆਪਦੇ ਬੱਚੇ ਨਾਲ ਵੀ ਅਵੇਅਰ ਬਣ ਸਕਦੇ। ਫੋਰ ਐਗਜ਼ਾਮਪਲ ਜਦੋਂ ਮੇਰਾ ਬੱਚਾ ਮੈਨੂੰ ਉੱਚੀ ਬੋਲਦਾ, ਮੇਰਾ ਕੀ ਵਿਤਕਰਾ ਹੁੰਦਾ ਵਾ, ਮੈਂ ਕਿਸ ਤਰੀਕੇ ਨਾਲ ਉਹਨੂੰ ਰਿਐਕਟ ਕਰਦਾ ਵਾਂ। ਐਂਡ ਇਹ ਪਿੱਛੇ ਜਾ ਕੇ ਥੋੜ੍ਹਾ ਦੇਖਿਓ ਕਿ ਜਦੋਂ ਮੈਂ ਉੱਚੀ ਬੋਲਦਾ ਸੀ, ਮੇਰੇ ਮਾਂ ਬਾਪ ਦਾ ਵਿਤਕਰਾ ਕੀ ਹੁੰਦਾ ਸੀ ਮੇਰੇ ਨਾਲ। ਇਹਨਾਂ ਚੀਜ਼ਾਂ ਦਾ ਤੁਹਾਨੂੰ ਸੈਂਸ ਬਣਨ ਲੱਗ ਜੂਗਾ ਕਿ ਕਿਤੇ ਨਾ ਕਿਤੇ ਜਿਹੜਾ ਘਰ ਦਾ ਨਕਸ਼ਾ ਵਾ ਉਹ ਆਲਰੇਡੀ ਪਿਆ ਵਾ ਐਂਡ ਉਹ ਘਰ ਸਾਨੂੰ ਢਾਉਣਾ ਪੈਣਾ ਵਾ ਕਿ ਅਸੀਂ ਵੱਖਰਾ ਨਕਸ਼ਾ ਕਰੀਏ। ਸੋ ਫੋਰ ਐਗਜ਼ਾਮਪਲ ਕੀ ਤੁਹਾਨੂੰ ਕਹਿਣ ਦੀਆਂ ਚੀਜ਼ਾਂ ਹੱਕ ਸੀਗਾ ਘਰ ਦੇ ਵਿੱਚ, ਜਾਂ ਤੁਸੀਂ ਸਿਰਫ ਜੋ ਵੀ ਤੁਹਾਨੂੰ ਚੰਗਾ, ਜੋ ਵੀ ਤੁਹਾਡੇ ਦਿਲ ਦੀ ਮੁਰਾਦ ਹੁੰਦੀ ਸੀ ਉਹ ਸਿਰਫ ਤੁਸੀਂ ਲੁਕੋ ਕੇ ਰੱਖਦੇ ਹੁੰਦੇ ਸੀ ਆਪਦੇ ਘਰ ਦੇ ਤੋਂ। ਬਿਕਾਜ਼ ਤੁਹਾਨੂੰ ਇਹ ਸੀਗਾ ਕਿ ਜਦੋਂ ਵੀ ਮੈਂ ਆਪਦਾ ਦੱਸਿਆ ਕਿ ਮੈਨੂੰ ਕੀ ਚੀਜ਼ ਚਾਹੀਦੀ ਆ, ਮੇਰੇ ਮਾਂ ਬਾਪ ਉਹ ਸਮਝ ਨਹੀਂ ਪੈਣਗੇ ਐਂਡ ਉਹਨਾਂ ਨੇ ਉਹ ਚੀਜ਼ ਪੂਰੀ ਨਹੀਂ ਕਰਨੀ, ਇਸ ਕਰਕੇ ਮੈਂ ਆਪਦੇ ਅੰਦਰ ਰੱਖਦਾ। ਕੀ ਜਦੋਂ ਤੁਸੀਂ ਆਪਦੇ ਮਾਂ ਬਾਪ ਤੋਂ ਜੱਫੀ ਦੀ ਉਮੀਦ ਕੀਤੀ, ਤੁਹਾਨੂੰ ਝੱਟ ਜੱਫੀ ਮਿਲੀ, ਜਾਂ ਤੁਹਾਨੂੰ ਇਹ ਕਿਹਾ ਗਿਆ ਕਿ ਤਕੜਾ ਬਣ, ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪਈਦਾ ਹੁੰਦਾ ਗਾ, ਇਹ ਕੋਈ ਹੈ ਨਹੀਂ ਬਾਲਾ ਇਹਨਾਂ ਚੀਜ਼ਾਂ ਨਾਲ ਪਿਆਰ ਆ। ਕਿ ਤੁਹਾਨੂੰ ਇਹੋ ਜਿਹੇ ਰਿਸਪੌਂਸ ਦਿੱਤੇ ਗਏ ਸੀ। ਐਜ਼ ਅ ਮੈਨ ਇਹ ਚੀਜ਼ ਨੂੰ ਤੁਸੀਂ ਕਰਕੇ ਦੇਖਿਓ ਕਿ ਤੁਹਾਡੇ ਫਾਦਰ ਨੇ ਤੁਹਾਨੂੰ ਕਿੰਨੀਆਂ ਜੱਫੀਆਂ ਪਾਈਆਂ ਐਂਡ ਤੁਸੀਂ ਆਪਣੇ ਬੱਚੇ ਨੂੰ ਕਿੰਨੀ ਜੱਫੀ ਪਾਉਣੇ ਆ। ਇਹ ਚੀਜ਼ਾਂ ਬਾਹਰ ਤੁਹਾਨੂੰ ਪਤਾ ਲੱਗਣਗੀਆਂ ਕਿ ਤੁਹਾਡੀ ਅਵੇਅਰਨੈਸ ਕਿੱਥੇ ਆ। ਸੋ ਫੋਰ ਐਗਜ਼ਾਮਪਲ ਜਦੋਂ ਤੁਹਾਨੂੰ ਅੰਦਰੋਂ ਦੁੱਖ ਮਹਿਸੂਸ ਹੁੰਦਾ ਸੀ, ਤੁਹਾਡੇ ਘਰਦਿਆਂ ਦਾ ਕੀ ਰਿਐਕਸ਼ਨ ਹੁੰਦਾ ਸੀ। ਫੋਰ ਐਗਜ਼ਾਮਪਲ ਜਦੋਂ ਤੁਸੀਂ ਬੱਚਿਆਂ ਨਾਲ ਬਾਹਰ ਖੇਡਣ ਲੱਗ ਜਾਂਦੇ ਸੀਗੇ ਅਤੇ ਤੁਹਾਡੇ ਬੱਚੇ ਤੁਹਾਡੇ ਸੱਟ ਵੱਜ ਜਾਂਦੀ ਸੀ ਐਂਡ ਘਰੇ ਆ ਕੇ ਤੁਹਾਡੇ ਮਾਂ ਬਾਪ ਦਾ ਕੀ ਵਿਤਕਰਾ ਹੁੰਦਾ ਸੀ ਤੁਹਾਡੇ ਨਾਲ, ਉਹ ਕਿਸ ਤਰੀਕੇ ਨਾਲ ਤੁਹਾਨੂੰ ਟਰੀਟ ਕਰਦੇ ਹੁੰਦੇ ਸੀਗੇ। ਇਹਨਾਂ ਚੀਜ਼ਾਂ ਬਾਰੇ ਇੱਕ ਪੈਨ ਪੇਪਰ ਲੈ ਕੇ ਇਹਨਾਂ ਚੀਜ਼ਾਂ ਬਾਰੇ ਲਿਖੋ, ਫਿਰ ਆਪਦੇ ਐਕਸਪੀਰੀਅੰਸ ਲਿਖੋ। ਫਿਰ ਦੇਖੋ ਕਿ ਜਦੋਂ ਇਹ ਚੀਜ਼ਾਂ ਮੇਰੇ ਘਰ ਦੇ ਵਿੱਚ ਮੇਰੇ ਬੱਚੇ ਨਾਲ ਹੁੰਦੀਆਂ, ਕਿ ਮੈਂ ਉਹੀ ਏਜੰਡਾ ਤਾਂ ਨਹੀਂ ਨਾ ਵਰਤਦਾ, ਕਿ ਮੈਂ ਉਹੀ ਚੀਜ਼ਾਂ ਤਾਂ ਨਹੀਂ ਨਾ ਵਰਤਦਾ ਜਿਹੜੀ ਮੇਰੇ ਮਾਂ ਬਾਪ ਨੇ ਮੇਰੇ ਨਾਲ ਵਰਤੀਆਂ। ਕਿਤੇ ਮੈਂ ਵੀ ਆਪਦੇ ਬੱਚੇ ਨਾਲ ਉਹੀ ਤਾਂ ਨਹੀਂ ਵਰਤਦਾ। ਸੋ ਫੋਰ ਐਗਜ਼ਾਮਪਲ ਇੱਕ ਫਾਦਰ ਸੀਗਾ ਸਾਡੇ ਸੈਸ਼ਨ ਦੇ ਵਿੱਚ ਐਂਡ ਉਹ ਕਹਿੰਦੇ ਕਿ ਮੇਰੇ ਫਾਦਰ ਨੇ ਤਾਂ ਸਿਰਫ ਸਾਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਪ੍ਰੋਵਾਈਡ ਕੀਤੀ, ਉਹਨਾਂ ਨੇ ਸਾਡੇ ਲਈ ਬਹੁਤ ਮਿਹਨਤ ਕੀਤੀ ਆ, ਉਹਨਾਂ ਨੇ ਸਾਡੇ ਨਾਲ ਟਾਈਮ ਨਹੀਂ ਸਪੈਂਡ ਕੀਤਾ, ਉਹਨਾਂ ਨੇ ਸਾਡੇ ਨਾਲ ਕਦੇ ਬੈਠ ਕੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ, ਪਰ ਉਹਨਾਂ ਨੇ ਜਦੋਂ ਵੀ ਸਾਨੂੰ ਪੈਸੇ ਦੀ ਲੋੜ ਹੁੰਦੀ ਸੀ ਤਾਂ ਸਾਨੂੰ ਉਹ ਦੇ ਦਿੰਦੇ ਸੀਗੇ। ਸੋ ਇਸ ਕਰਕੇ ਇਸ ਫਾਦਰ ਨੇ ਇੱਕ ਫਾਦਰ ਦਾ ਰੋਲ ਕੀ ਪਿਕ ਕੀਤਾ ਕਿ ਮੈਂ ਕੀ ਪ੍ਰੋਵਾਈਡ ਕਰਨੀ ਆਪਣੇ ਬੱਚਿਆਂ ਲਈ, ਸਿਰਫ ਫਾਈਨੈਂਸ਼ੀਅਲ ਸਿਕਿਉਰਿਟੀ। ਸੋ ਇਸ ਫਾਦਰ ਨੇ ਬਹੁਤ ਘੰਟੇ ਕੰਮ ਕੀਤਾ ਐਂਡ ਐਂਡ 'ਤੇ ਕੀ ਹੋਇਆ ਕਿ ਉਹ ਚਾਹੁੰਦੇ ਸੀ ਮੇਰੇ ਬੱਚਿਆਂ ਨਾਲ ਮੇਰਾ ਰਿਸ਼ਤਾ ਬਣੇ, ਅਤੇ ਪਰ ਰਿਸ਼ਤਾ ਨਹੀਂ ਬਣ ਸਕਿਆ ਕਿਉਂਕਿ ਜਦੋਂ ਇੱਕ ਰਿਸ਼ਤੇ ਦੀ ਲੋੜ ਸੀ ਉਸ ਵਕਤ ਉਹ ਇੱਕ ਫਾਦਰ ਸੀ ਉਹ ਐਬਸੈਂਟ ਸੀ। ਸੋ ਆਪਦੇ ਵਿੱਚ ਵੇਖੋ ਕਿ ਕਿੰਨੇ ਕੁ ਮੇਰੇ ਮਾਂ ਬਾਪ ਮੇਰੇ ਵਿੱਚ ਇਨਵੋਲਵਡ ਰਹੇ ਆ, ਕਿ ਉਸ ਘਰ ਦੇ ਵਿੱਚ ਸਿਰਫ ਮੈਂ ਇੱਕ ਇਕੱਲਾ ਪਲਿਆ ਵਾਂ ਐਂਡ ਮੇਰੇ ਮਾਂ ਬਾਪ ਹਮੇਸ਼ਾ ਕੰਮ ਕਰਦੇ ਹੁੰਦੇ ਸੀਗੇ, ਕਿ ਕਿਤੇ ਇਹੀ ਮੇਰਾ ਪੈਟਰਨ ਤਾਂ ਨਹੀਂ ਬਣ ਗਿਆ। ਸੋ ਇਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਅਵੇਅਰ ਬਣੋਗੇ, ਆਪਦੇ ਬਚਪਨ ਦੀ ਕਹਾਣੀ ਲਿਖੋ ਕਿ ਮੈਨੂੰ ਮੇਰੇ ਮਾਂ ਬਾਪ ਮੈਨੂੰ ਆਈ ਲਵ ਯੂ ਬਹੁਤ ਆਫਟਨ ਕਹਿੰਦੇ ਹੁੰਦੇ ਸੀਗੇ, ਮੈਨੂੰ ਮੇਰੇ ਵਿੱਚ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਹੁੰਦੇ ਸੀ ਮੇਰੇ ਮਾਂ ਬਾਪ, ਐਂਡ ਮੈਂ ਆਪਣੇ ਬੱਚੇ ਨੂੰ ਆਈ ਲਵ ਯੂ ਆਫਟਨ ਕਹਿੰਦਾ ਵਾਂ, ਮੈਂ ਆਪਣੇ ਬੱਚੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ ਵਾਂ। ਅਸੀਂ ਫੋਰ ਐਗਜ਼ਾਮਪਲ ਅਸੀਂ ਪੀਪਲ ਪਲੀਜ਼ਿੰਗ ਕਲਚਰ 'ਚ ਆਉਣੇ ਆ। ਸੋ ਫੋਰ ਐਗਜ਼ਾਮਪਲ ਜਦੋਂ ਅਸੀਂ ਬਚਪਨ ਦੇ ਵਿੱਚ ਲੈਸੇ ਫੋਰ ਐਗਜ਼ਾਮਪਲ ਮੈਂ ਵੀ ਵੱਡੀ ਹੋ ਰਹੀ ਸੀ ਅਤੇ ਮੈਂ ਨੋਟਿਸ ਕੀਤਾ ਗਾ ਕਿ ਮੇਰੇ ਨਾਲੋਂ ਵੱਧ ਮੇਰੇ ਆਲੇ ਦੁਆਲੇ ਜਿਹੜੇ ਰਿਸ਼ਤੇਦਾਰ ਆ, ਕਈ ਵਾਰ ਮੇਰੇ ਮਾਂ ਬਾਪ ਉਹਨਾਂ ਦੀ ਤਵੱਜੋ ਜ਼ਿਆਦਾ ਰੱਖਦੇ ਹੁੰਦੇ ਸੀ ਮੇਰੇ ਨਾਲੋਂ। ਐਂਡ ਇਹ ਸਾਰੇ ਕਲਚਰ ਦੇ ਵਿੱਚ ਅਸੀਂ ਨੋਟਿਸ ਕੀਤਾ, ਸਾਰੇ ਕਲਚਰ ਦੇ ਵਿੱਚ ਅਸੀਂ ਪੀਪਲ ਪਲੀਜ਼ਿੰਗ ਕਲਚਰ ਆ ਕਿ ਅਸੀਂ ਲੋਕਾਂ ਨੂੰ ਪਲੀਜ਼ ਕਰਨਾ ਸਾਡੇ ਕਲਚਰ ਦੇ ਵਿੱਚ ਇੰਬੈਡਡ ਆ। ਸੋ ਇਸ ਕਰਕੇ ਬੱਚਾ ਅਸੀਂ ਪਿੱਛੇ ਧੱਕ ਦਿੰਦੇ ਹਾਂ, ਕਿਉਂਕਿ ਅਸੀਂ ਲੋਕਾਂ ਨੂੰ ਪਲੀਜ਼ ਕਰਨਾ ਵਾ। ਸੋ ਇਹ ਕਿੱਦਾਂ ਦੀ ਵੀ ਜਿਹੜੀ ਤੁਹਾਡੀ ਬਚਪਨ ਦੀ ਸਟੋਰੀ ਹੈ, ਕਿਹੋ ਜਿਹੇ ਸ਼ਬਦ ਤੁਸੀਂ ਆਪਣੇ ਬਾਰੇ ਸੁਣੇ, ਕਿਤੇ ਜਿਹੜੇ ਸ਼ਬਦ ਤੁਸੀਂ ਆਪਣੇ ਬਾਰੇ ਸੁਣੇ ਆ
ਇਹੀ ਸ਼ਬਦ ਤੁਸੀਂ ਆਪਣੇ ਬੱਚੇ ਲਈ ਤਾਂ ਨਹੀਂ ਨਾ ਵਰਤ ਰਹੇ, ਇਹੀ ਸ਼ਬਦ ਤੁਸੀਂ ਮੇਰੇ ਪਾਰਟਨਰ ਵਾਸਤੇ ਵੀ ਵਰਤ ਰਹੇ ਹੋ। ਹਸਬੈਂਡ ਵਾਈਫ ਦੇ ਵਿੱਚ ਵੀ ਰਿਸ਼ਤੇ ਦੀ ਬੜੀ ਪਤਾ ਲੱਗ ਜਾਂਦਾ, ਤੁਸੀਂ ਆਪਦੇ ਪਾਰਟਨਰ ਨਾਲ ਉਹ ਜਿਹੀ ਇੰਟਰੈਕਸ਼ਨ ਕਰਦੇ ਹੋ ਜਿਹੋ ਜਿਹੀ ਤੁਹਾਡੇ ਮਾਂ ਬਾਪ ਨਾਲ ਹੋਈ ਹੁੰਦੀ ਹੈ ਤੁਹਾਡੀ ਇੰਟਰੈਕਸ਼ਨ। ਪਹਿਲੇ 2-3 ਸਾਲ ਸ਼ਾਇਦ ਨਹੀਂ ਤੁਸੀਂ ਕਰਦੇ, ਪਹਿਲੇ 2-3 ਸਾਲ ਤੁਹਾਡੇ 'ਚ ਬਹੁਤ ਪਿਆਰ ਹੁੰਦਾ, ਪਰ ਇਵੈਂਚੁਅਲੀ ਤੁਸੀਂ ਆਪਦੇ ਮਾਂ ਬਾਪ ਨਾਲ ਜਿਸ ਤਰੀਕੇ ਨਾਲ ਰਿਸ਼ਤੇ 'ਚ ਰਹਿੰਦੇ ਹੋ, ਤੁਸੀਂ ਆਪਦੇ ਹਸਬੈਂਡ ਵਾਈਫ ਐਜ਼ ਆ ਵੀ ਉਵੇਂ ਹੀ ਰਿਸ਼ਤਿਆਂ 'ਚ ਰਹਿਣ ਲੱਗ ਜਾਂਦੇ ਹੋ। ਫਿਰ ਤੁਸੀਂ ਆਪਣੇ ਬੱਚਿਆਂ ਨਾਲ ਵੀ ਉੱਦਾਂ ਦੇ ਰਿਸ਼ਤੇ। ਸੋ ਸਾਡਾ ਮਕਸਦ ਹੈ ਕਿ ਆਪਦੇ ਰਿਸ਼ਤੇ ਨੂੰ ਪਛਾਣੋ ਕਿ ਸ਼ੁਰੂ ਜਦੋਂ ਮੇਰੀ ਸ਼ੁਰੂਆਤ ਹੋਈ ਆ, ਮੇਰੇ ਬਚਪਨ ਦੇ ਵਿੱਚ ਮੇਰੀਆਂ ਮਾਨਸਿਕ ਲੋੜਾਂ ਲੋਕਾਂ ਨੇ ਪੂਰੀਆਂ ਕੀਤੀਆਂ ਜਿਹੜੀਆਂ ਕਿ ਆਪਣੇ ਕਲਚਰ ਦੇ ਵਿੱਚ ਨਹੀਂ ਕੀਤੀਆਂ। ਕਿ ਮੈਨੂੰ ਕੁੱਟ ਕੇ ਜਦੋਂ ਮੈਂ ਫਰਸਟ੍ਰੇਟਡ ਸੀ, ਜਦੋਂ ਮੈਂ ਡਿਸਅਪੋਇੰਟ ਸੀ, ਜਦੋਂ ਮੈਂ ਆਪਦੇ ਆਪ 'ਚ ਲੋਸ ਫੀਲ ਹੋਇਆ, ਕਿ ਮੇਰੇ ਮਾਂ ਬਾਪ ਨੇ ਮੈਨੂੰ ਕੁੱਟ ਕੇ ਜੱਫੀ ਪਾਈ। ਕਿ ਜਦੋਂ ਮੇਰੇ ਸਕੂਲ ਦੇ ਵਿੱਚ ਝਿੜਕਾਂ ਪਈਆਂ, ਮੇਰੇ ਮਾਂ ਬਾਪ ਨੇ ਟੀਚਰ 'ਤੇ ਜ਼ਿਆਦਾ ਵਿਸ਼ਵਾਸ ਕੀਤਾ ਕਿ ਮੇਰੇ 'ਤੇ ਜ਼ਿਆਦਾ ਵਿਸ਼ਵਾਸ ਕੀਤਾ। ਕਿ ਉਸ ਵਕਤ ਜਦੋਂ ਵੀ ਮੇਰੇ ਸਰੀਰਕ ਜਾਂ ਮਾਨਸਿਕ ਕੁੱਟ ਪੈਂਦੀ ਹੁੰਦੀ ਸੀ, ਉਦੋਂ ਮੇਰੇ ਮਾਂ ਬਾਪ ਮੈਨੂੰ ਮਹਿਸੂਸ ਹੁੰਦਾ ਸੀ ਮੇਰੇ ਮਾਂ ਬਾਪ ਮੇਰੇ ਕੋਲ ਆ, ਜਾਂ ਮੈਨੂੰ ਇਹ ਮਹਿਸੂਸ ਹੁੰਦਾ ਸੀ ਮੇਰੇ ਮਾਂ ਬਾਪ ਉਹਨਾਂ 'ਤੇ ਜ਼ਿਆਦਾ ਇਫੈਕਟਿਵ ਆ ਕਿ ਲੋਕ ਕੀ ਕਹਿਣਗੇ। ਸੋ ਆਪਦੇ ਬਚਪਨ ਨੂੰ ਫਰੋਲੋ। ਜਦੋਂ ਤੁਸੀਂ ਆਪਣੇ ਬਚਪਨ ਨੂੰ ਫਰੋਲਣ ਲੱਗ ਜਾਓਗੇ, ਮੈਂ ਨਹੀਂ ਕਹਿ ਰਹੀ ਬਦਲੋ, ਹਜੇ ਮੇ ਬੀ ਟਾਈਮ ਲੱਗੂਗਾ, ਇੰਨੀ ਈਜ਼ੀ ਨਹੀਂ ਹੈਗੀ ਚੀਜ਼ ਕੋਈ ਵੀ ਬਦਲਣੀ। ਮੈਂ ਨਹੀਂ ਕਹਿੰਦੀ ਹਜੇ ਹੁਣੇ ਤੁਸੀਂ ਬਦਲੋ, ਮੈਂ ਵੀ ਹਜੇ ਫਰੋਲਣ ਦੀ ਸਟੇਟ 'ਤੇ ਹਾਂ, ਮੈਂ ਉਸ ਲੈਵਲ 'ਤੇ ਬਦਲੀ ਨਹੀਂ ਹੈਗੀ। ਚਾਹੇ ਮੇਰੇ ਕੋਲ ਐਜੂਕੇਸ਼ਨ ਵੀ ਇਸ ਲਈ, ਚਾਹੇ ਮੈਂ ਲੋਕਾਂ ਨੂੰ ਇਸ ਚੀਜ਼ ਲਈ ਕਾਊਂਸਲ ਵੀ ਕਰਦੀ ਹਾਂ, ਪਰ ਮੈਂ ਆਪਦੇ ਆਪ ਦੇ ਵਿੱਚ ਵੀ ਬਹੁਤ ਪੈਟਰਨ ਦੇਖਦੀ ਹਾਂ ਜਿਹੜੇ ਬਚਪਨ ਦੇ ਵਿੱਚ ਮੇਰੇ ਨਾਲ ਵੀ ਹੋਏ ਆ। ਸੋ ਅਸੀਂ ਸਿਰਫ ਫਰੋਲਣੇ ਆ ਕਿ ਸਾਡੇ ਨਾਲ ਬਚਪਨ ਕਿਹੋ ਜਿਹਾ ਗੁਜ਼ਰਿਆ, ਐਂਡ ਫਿਰ ਉਹੀ ਬਚਪਨ ਅਸੀਂ ਅੱਜ ਹੀ ਆਪਦੀ ਜ਼ਿੰਦਗੀ 'ਚ ਕਿਵੇਂ। ਸੋ ਫੋਰ ਐਗਜ਼ਾਮਪਲ ਜੇ ਤੁਸੀਂ ਬਚਪਨ ਦੇ ਵਿੱਚ ਬਹੁਤ ਡਰੇ ਹੋਏ ਹੋ, ਤੁਹਾਡਾ ਮਾਨਸਿਕ ਸਥਿਤੀ ਬਹੁਤ ਡਰੀ ਹੋਈ ਆ, ਅਤੇ ਤੁਸੀਂ ਆਪਦੇ ਬੱਚਿਆਂ ਨੂੰ ਵੀ ਇੱਕ ਡਰ 'ਚੋਂ ਪਾਲੋਗੇ। ਜੇ ਤੁਹਾਡੇ ਬਚਪਨ ਦੇ ਵਿੱਚ ਤੁਹਾਨੂੰ ਪਾਣੀ ਤੋਂ ਡਰਨਾ ਸਿਖਾਇਆ ਗਿਆ, ਤੁਹਾਨੂੰ ਹਾਈਟ ਤੋਂ ਡਰਨਾ ਸਿਖਾਇਆ ਗਿਆ ਗਾ, ਐਂਡ ਤੁਸੀਂ ਕੌਨਸਟੈਂਟਲੀ ਡਰੇ ਆ, ਐਂਡ ਵਾਚ ਕਰਿਓ ਕਿ ਜਦੋਂ ਤੁਹਾਡਾ ਬੱਚਾ ਇੱਕ ਹਾਈਟ ਦੇ ਨੇੜੇ ਜਾਂਦਾ, ਜਦੋਂ ਤੁਹਾਡਾ ਬੱਚਾ ਪਾਣੀ ਦੇ ਨੇੜੇ ਜਾਂਦਾ, ਤੁਹਾਡੇ ਅੰਦਰ ਕਿੰਨੀ ਐਂਗਜ਼ਾਇਟੀ ਅਤੇ ਡਰ ਹੁੰਦਾ ਵਾ। ਸੋ ਫੋਰ ਐਗਜ਼ਾਮਪਲ, ਜਾਂ ਤੁਸੀਂ ਹਮੇਸ਼ਾ ਗਿਲਟੀ ਫੀਲ ਕੀਤਾ ਆਪਦੇ ਬਚਪਨ ਦੇ ਵਿੱਚ ਕਿ ਤੁਹਾਡੀ ਜ਼ਿੰਮੇਵਾਰੀ ਸੀ ਕਿ ਤੁਹਾਡੇ ਘਰ ਦੇ ਵਿੱਚ ਲੋਕ ਖੁਸ਼ ਰਹਿਣ, ਐਂਡ ਤੁਹਾਨੂੰ ਹਰ ਚੀਜ਼ ਕਰਨੀ ਪੈਂਦੀ ਸੀਗੀ ਕਿ ਉਹ ਖੁਸ਼ ਰਹਿਣ, ਉਹ ਖੁਸ਼ ਰਹਿਣ। ਐਂਡ ਅੱਜ ਵੀ ਸ਼ਾਇਦ ਤੁਸੀਂ ਦੂਸਰੇ ਜਾਂ ਬੱਚਿਆਂ ਆਪਦੇ ਆਪ ਨੂੰ ਆਪਦੇ ਅੰਦਰ ਦੀ ਦੇਖਣ ਦੀ ਬਜਾਏ ਤੁਸੀਂ ਦੂਸਰੇ ਲੋਕਾਂ ਨੂੰ ਖੁਸ਼ ਕਰਨ। ਸੋ ਗਿਲਟ ਜਾਂ ਸ਼ੇਮ ਕਿਹੜੀ ਮਾਨਸਿਕ ਸਥਿਤੀ 'ਚ ਤੁਸੀਂ ਆਪਦਾ ਬਚਪਨ ਗੁਜ਼ਾਰਿਆ। ਅਸੀਂ ਘਰ ਬਦਲ ਲੈਂਦੇ ਹਾਂ, ਅਸੀਂ ਕੰਟਰੀ ਵੀ ਬਦਲ ਲੈਂਦੇ ਹਾਂ, ਅਸੀਂ ਆਪਦੇ 'ਤੇ ਕੱਪੜੇ ਵੀ ਬਦਲ ਲੈਂਦੇ ਹਾਂ, ਪਰ ਜਿਹੜੀ ਸਾਡੀ ਮਾਨਸਿਕ ਸਥਿਤੀ ਹੈ ਨਾ ਬਚਪਨ 'ਚ ਪਈ ਹੁੰਦੀ, ਉਹ ਨਹੀਂ ਬਦਲਦੀ। ਕੀ ਉਹ ਸਿਰਫ ਫੋਰ ਐਗਜ਼ਾਮਪਲ ਜੇ ਕੋਈ ਇੰਡੀਆ ਦੇ ਵਿੱਚ ਸੀ ਅਤੇ ਉਹਦੇ ਮਨ ਦੇ ਵਿੱਚ ਤਣਾਅ ਸੀ, ਸਟਰੈਸ ਸੀ, ਬਹੁਤ ਦੁਖੀ ਸੀ, ਐਂਡ ਫਿਰ ਉਹ ਕਹਿੰਦੇ ਵੀ ਕੰਟਰੀ ਬਦਲਣਾ, ਫਿਰ ਉਹ ਇੱਥੇ ਆ ਜਾਂਦੇ ਆ। ਅਸੀਂ ਸਾਰਿਆਂ ਨੇ ਦੇਖਿਆ ਕਿ ਆ ਕੇ 5-6 ਮਹੀਨੇ ਜਾਂ ਸਾਲ ਖੁਸ਼ ਜਿਹੇ ਰਹਿੰਦੇ, ਠੀਕ ਰਹਿੰਦੇ ਆ, ਪਰ ਉਸ ਤੋਂ ਬਾਅਦ ਫਿਰ ਉਸੇ ਹੀ ਵਾਪਸ ਉਸੇ ਮਾਨਸਿਕ ਸਥਿਤੀ, ਉਸੇ ਤਣਾਅ ਦੇ ਵਿੱਚ ਚਲੇ ਜਾਂਦੇ ਆ। ਸੋ ਇਹ ਸਾਡੇ ਸਾਰਿਆਂ ਨਾਲ ਹੁੰਦਾ। ਸਾਨੂੰ ਕਈ ਵਾਰ ਲੱਗਦਾ ਕਿ ਵਿਆਹ ਹੋ ਕੇ ਮੈਨੂੰ ਖੁਸ਼ ਹੋ ਜਾਊਗਾ, ਪਰ ਵਿਆਹ ਵੀ ਸਾਡਾ ਹੋ ਜਾਂਦਾ, ਫਿਰ ਸਾਲ ਕੁ ਬਾਅਦ ਸਾਡਾ ਇਮੋਸ਼ਨ ਲੈਵਲ ਫਿਰ ਉਹੀ ਸਟਰੈਸ ਵਾਲਾ ਬਣ ਜਾਂਦਾ। ਫਿਰ ਸਾਨੂੰ ਲੱਗਦਾ ਕਿ ਬੱਚਾ ਹੋ ਗਿਆ ਤਾਂ ਮੈਂ ਖੁਸ਼ ਰਹੂੰਗਾ, ਨਹੀਂ, ਪਰ ਫਿਰ ਵੀ ਕਿਉਂਕਿ ਬਚਪਨ ਦੇ ਵਿੱਚ ਜੋ ਅਸੀਂ ਮਹਿਸੂਸ ਕੀਤੀਆਂ ਭਾਵਨਾਵਾਂ ਸਾਡੇ ਨਾਲ ਸਾਰੀ ਉਮਰ ਰਹਿੰਦੀਆਂ, ਅਨਲੈਸ ਜੇ ਅਸੀਂ ਚੇਂਜ ਕਰੀਏ, ਅਨਲੈਸ ਆਪਦੀ ਮਨ ਦੀ ਦਿਮਾਗ ਦੀ ਕਹਾਣੀ ਨੂੰ ਬਦਲੀਏ। ਸੋ ਥੈਂਕ ਯੂ ਸੋ ਮਚ। ਆਈ ਹੋਪ ਤੁਹਾਡੀ ਇਸ ਵੀਡੀਓ ਨੇ ਮਦਦ ਕੀਤੀ ਹੋਊਗੀ, ਪਰ ਇਹ ਬਹੁਤ ਜ਼ਰੂਰੀ ਹੈ। ਪਲੀਜ਼ ਮੈਂ ਬਹੁਤ ਪੇਰੈਂਟਸ ਨੂੰ ਕਾਊਂਸਲ ਕਰਦੀ ਹਾਂ ਇਸ ਟੌਪਿਕ 'ਤੇ ਕਿ ਆਪਣੇ ਬਚਪਨ ਨੂੰ ਪਛਾਣੋ, ਆਪਣੇ ਬਚਪਨ ਨੂੰ ਫਰੋਲੋ, ਆਪਣੇ ਬਚਪਨ ਦੀ ਕਹਾਣੀ ਆਪਦੇ ਮਾਂ ਬਾਪ ਨਾਲ ਸਾਂਝੀ ਕਰੋ, ਐਂਡ ਆਪਦੇ ਆਪ ਨੂੰ ਇਸ ਚੀਜ਼ ਦੇ ਅਵੇਅਰ ਬਣਾਓ ਕਿ ਮੈਨੂੰ ਪਿਆਰ ਕਿੰਨਾ ਕੁ ਅਵੇਲੇਬਲ ਸੀ, ਮੇਰੀਆਂ ਮਾਨਸਿਕ ਲੋੜਾਂ ਕਿੰਨੀਆਂ ਕੁ ਅਵੇਲੇਬਲ ਸੀ। ਜੀ ਹਾਂ, ਮੈਨੂੰ ਰੋਟੀ ਮਿਲ ਰਹੀ ਸੀ, ਜੀ ਹਾਂ ਮੈਨੂੰ ਕੱਪੜੇ ਮਿਲ ਰਹੇ ਸੀ। ਕਈ ਵਾਰ ਕਲਾਇੰਟ ਮੇਰੇ ਕੋਲ ਬਹੁਤ ਆਉਂਦੇ, ਕਹਿੰਦੇ ਨਹੀਂ ਜੀ, ਸਾਡਾ ਰਿਲੇਸ਼ਨ, ਸਾਡਾ ਬਚਪਨ ਤਾਂ ਬਹੁਤ ਵਧੀਆ ਸੀਗਾ, ਸਾਡੇ ਬਚਪਨ ਦੇ ਵਿੱਚ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਈ। ਜੀ ਨਹੀਂ, ਅਸੀਂ ਚੀਜ਼ਾਂ ਦੀ ਕਮੀ ਦੀ ਨਹੀਂ ਗੱਲ ਕਰ ਰਹੇ, ਅਸੀਂ ਮਨ ਦੀ ਕਮੀ ਦੀ ਗੱਲ ਕਰ ਰਹੇ ਹਾਂ, ਅਸੀਂ ਮਾਨਸਿਕ ਲੋੜਾਂ ਦੀ ਕਮੀ ਦੀ ਗੱਲ ਕਰ ਰਹੇ ਹਾਂ। ਐਂਡ ਉਹ ਮਾਨਸਿਕ ਲੋੜਾਂ ਦਾ ਸਰੀਰਕ ਲੋੜਾਂ ਨਾਲ ਕੋਈ ਬਾਹਲਾ ਵੱਡਾ ਵਾਰਤਾਲਾਪ ਨਹੀਂ ਹੁੰਦਾ ਗਾ। ਸੋ ਇਹ ਬੜਾ ਜ਼ਰੂਰੀ ਕਿ ਸਾਡੀਆਂ ਮਾਨਸਿਕ ਲੋੜਾਂ ਉਸ ਘਰ ਦੇ ਵਿੱਚ ਕਿੰਨੀਆਂ ਕੁ ਪੂਰੀਆਂ ਹੋ ਰਹੀਆਂ ਸੀ, ਕਿਸ ਤਰੀਕੇ ਨਾਲ ਹੋ ਰਹੀਆਂ ਸੀਗੀਆਂ। ਸੋ ਥੈਂਕ ਯੂ ਸੋ ਮਚ। ਤੁਹਾਡਾ ਹੋਰ ਵੀ ਕੁਐਸਚਨ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਆਨਸਰ ਦੇਣ ਦੀ ਤੁਹਾਨੂੰ ਇਸ ਲਾਈਵ ਵੀਡੀਓਜ਼ ਰਾਹੀਂ। ਵਨਸ ਅਗੇਨ ਥੈਂਕ ਯੂ ਸੋ ਮਚ ਐਵਰੀਬਡੀ, ਐਂਡ ਪਲੀਜ਼ ਪਲੀਜ਼ ਪਲੀਜ਼, ਅਸੀਂ ਬਦਲਣ ਦੀ ਗੱਲ ਨਹੀਂ ਕਰ ਰਹੇ ਹਜੇ, ਸਿਰਫ ਆਪਦੇ ਆਪ 'ਚ ਅਵੇਅਰ ਬਣੋ, ਸਿਰਫ ਜਾਗਰੂਕ ਬਣੋ ਕਿ ਸਾਡੇ 'ਚ ਇਹ ਚੀਜ਼ਾਂ ਹੋ ਰਹੀਆਂ, ਸਿਰਫ ਜਾਗਰੂਕ ਬਣੋ ਕਿ ਲੜੀਆਂ ਸਾਡੇ ਵਿੱਚ ਚੱਲ ਰਹੀਆਂ ਵਾ, ਇਹ ਪੀੜ੍ਹੀ ਦਰ ਪੀੜ੍ਹੀ ਲੜੀਆਂ ਚੱਲ ਰਹੀਆਂ, ਇਹ ਜਨਰੇਸ਼ਨ ਪ੍ਰਤੀ ਜਨਰੇਸ਼ਨ ਲੜੀਆਂ ਚੱਲ ਰਹੀਆਂ, ਐਂਡ ਕਿਤੇ ਨਾ ਕਿਤੇ ਅਸੀਂ ਤੋੜਾਂਗੇ ਇਹਨਾਂ ਨੂੰ। ਥੈਂਕ ਯੂ।